उसकी समाप्ति हुई सी ते उस तो बाद संगत ਵੱਲੋਂ ਸੁਝਾਅ ਆਇਆ ਸੀ ਕਿ ਹੁਣ 52 ਅੱਖਰੀ ਤੋਂ ਬਾਅਦ ਗੁਰੂ ਨਾਨਕ ਪਾਤਸ਼ਾਹ ਦੀ ਲਿਖੀ ਹੋਈ ਜੋ ਬਾਣੀ ਪੱਟੀ ਹੈ ਉਸ ਦੇ ਵਿਚਾਰ ਸਾਂਝੀ ਕੀਤੀ ਜਾਵੇ। ਉਹ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਪੱਟੀ ਬਾਣੀ ਸਿਰਲੇਖ ਦੇ ਹੇਠਾਂ ਗੁਰੂ ਨਾਨਕ ਪਾਤਸ਼ਾਹ ਦੀ ਵੀ ਇੱਕ ਰਚਨਾ ਹੈ ਅਤੇ ਇੱਕ ਗੁਰੂ ਅਮਰਦਾਸ ਪਾਤਸ਼ਾਹ ਦੀ ਲਿਖੀ ਹੋਈ ਵੀ ਪੱਟੀ ਹੈ। ਉਹ ਅਸੀਂ ਇਹਦੀ ਆਰੰਭਤਾ ਅੱਜ ਕਰ ਰਹੇ ਹਾਂ ਜੋ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾ 432 ਤੋਂ 434 ਦੇ ਉੱਪਰ ਸੁਸ਼ੋਭਿਤ ਹੈ। ਰਾਗ ਆਸਾ ਦੇ ਅੰਦਰ ਇਹ ਬਾਣੀ ਗੁਰੂ ਨਾਨਕ ਪਾਤਸ਼ਾਹ ਨੇ ਉਚਾਰਨ ਕੀਤੀ ਹੈ। ਪੱਟੀ ਲਫ਼ਜ਼ ਤੋਂ ਬਹੁਤੇ ਲੋਕ ਤਾਂ ਵਾਕਫ ਹੋਣਗੇ ਹੀ, ਖਾਸ ਤੌਰ ਤੇ ਜਿਹੜੇ ਵੱਡੀ ਉਮਰ ਦੇ ਨੇ, ਸਾਡੀ ਉਮਰ ਦੇ ਜਾਂ ਈਵਨ ਸਾਡੇ ਤੋਂ 5-10 ਸਾਲ ਬਾਅਦ ਤੱਕ ਦੇ ਛੋਟੇ ਜਿਹੜੇ ਨੇ ਉਹਨਾਂ ਨੂੰ ਤਾਂ ਪਤਾ ਹੋਏਗਾ। ਉਹਨਾਂ ਨੇ ਪੱਟੀਆਂ ਸ਼ਾਇਦ ਲਿਖੀਆਂ ਵੀ ਹੋਣਗੀਆਂ ਆਪਣੇ ਸਕੂਲ ਦੇ ਇਨੀਸ਼ੀਅਲ ਸਟੇਜ ਦੇ ਵਿੱਚ। ਬਾਅਦ ਵਿੱਚ ਇਹ ਪੱਟੀਆਂ ਜਿਹੜੀਆਂ ਸੀ ਸਕੂਲਾਂ ਚੋਂ ਖਤਮ ਹੋ ਗਈਆਂ ਤੇ ਉਹਨਾਂ ਦੀ ਜਗ੍ਹਾ ਕਾਪੀਆਂ ਨੇ ਲੈ ਲਈ। ਪਰ ਪੁਰਾਣੇ ਜ਼ਮਾਨੇ 'ਚ ਇਹੀ ਲੈਂਗੁਏਜ ਪੜ੍ਹਾਉਣ ਦਾ ਸਭ ਤੋਂ ਪਹਿਲਾ ਜਿਹੜਾ ਤਰੀਕਾ ਹੁੰਦਾ ਸੀ ਉਹ ਲੱਕੜ ਦੀ ਇੱਕ ਫੱਟੀ ਦੇ ਉੱਪਰ ਜਿਹੜਾ ਉਸਤਾਦ ਹੈ ਉਹ ਉੱਪਰ ਅੱਖਰ ਆਪ ਲਿਖ ਦਿੰਦਾ ਸੀ ਤੇ ਥੱਲੇ ਬੱਚਾ ਜਿਹੜਾ ਹੈ ਉਹਨਾਂ ਦੀ ਕਾਪੀ ਕਰਦਾ ਸੀ। ਫਿਰ ਉਹਨਾਂ ਨੂੰ ਬਾਰ-ਬਾਰ ਦੁਹਰਾ ਕੇ ਤੇ ਇਸ ਤਰ੍ਹਾਂ ਲੈਂਗੁਏਜ ਦੇ ਅਲਫਾਬੈਟਸ ਜਿਹੜੇ ਸਨ ਉਹ ਪੱਕੇ ਕਰਾਏ ਜਾਂਦੇ ਸਨ। ਉਹੀ ਲੱਕੜ ਦੀ ਫੱਟੀ ਜਿਹੜੀ ਸੀ ਉਹਦੇ ਉੱਪਰ ਗਾਚਣੀ ਦੇ ਨਾਲ ਉਹਨੂੰ ਸਫੇਦ ਰੰਗ ਦਿੱਤਾ ਜਾਂਦਾ ਸੀ ਅਤੇ ਕਾਲੇ ਰੰਗ ਦੀ ਸ਼ਿਆਈ ਦੇ ਨਾਲ ਕਲਮ ਦੇ ਨਾਲ ਉਹਦੇ ਉੱਤੇ ਲਿਖਾਈ ਕੀਤੀ ਜਾਂਦੀ ਸੀ। ਸੋ ਅਸੀਂ ਆਪਣੇ ਬਚਪਨ ਦੇ ਵਿੱਚ ਜਦੋਂ ਅਸੀਂ ਸਕੂਲ ਦਾਖਲ ਹੋਏ ਤਾਂ ਸਾਡੇ ਵੀ ਪਹਿਲਾਂ ਪਹਿਲ ਇਹ ਪੱਟੀਆਂ ਜਿਹੜੀਆਂ ਸੀ ਉਹ ਲਿਖਣੀਆਂ ਪਈਆਂ। ਅੱਜ ਦੇ ਜ਼ਮਾਨੇ 'ਚ ਜਿਹੜੀ ਨਵੀਂ ਜਨਰੇਸ਼ਨ ਹੈ ਉਹਨਾਂ ਨੂੰ ਸ਼ਾਇਦ ਇਸ ਪੱਟੀ ਦੇ ਨਾਲ ਬਿਲਕੁਲ ਵੀ ਫੈਮਿਲਿਅਰਿਟੀ ਨਹੀਂ ਹੋਏਗੀ। ਉਹ ਇਹ ਇਨੀਸ਼ੀਅਲ ਸਟੇਜ ਦੇ ਉੱਤੇ ਬੱਚਿਆਂ ਨੂੰ ਮੁਹਾਰਨੀ ਪਕਾਉਣ ਵਾਸਤੇ ਅਲਫਾਬੈਟਸ ਦੇ ਨਾਲ ਜਾਣ ਪਛਾਣ ਕਰਾਉਣ ਵਾਸਤੇ ਇਹ ਪੱਟੀ ਲਿਖਾਈ ਜਾਂਦੀ ਸੀ। ਜਿੱਥੇ ਤੱਕ ਬਾਣੀ ਦਾ ਸੰਬੰਧ ਹੈ ਇਸ ਬਾਰੇ ਜਨਮ ਸਾਖੀ ਦੇ ਅੰਦਰ ਮੈਂਸ਼ਨ ਆਉਂਦਾ ਹੈ ਕਿ ਜਦੋਂ ਗੁਰੂ ਨਾਨਕ ਪਾਤਸ਼ਾਹ ਦੀ ਉਮਰ 7 ਸਾਲ ਦੀ ਹੋਈ ਤਾਂ ਉਹਨਾਂ ਦੇ ਪਿਤਾ ਜੀ ਉਹਨਾਂ ਨੂੰ ਪਾਂਧੇ ਕੋਲ ਲੈ ਕੇ ਗਏ ਤੇ ਉਸ ਨੂੰ ਕਿਹਾ ਕਿ ਇਸ ਨੂੰ ਤੁਸੀਂ ਪੜ੍ਹਾਓ। ਉਹ ਪੁਰਾਤਨ ਜਨਮ ਸਾਖੀ ਦੇ ਅੰਦਰ ਜਿਹੜੀ ਵਿਲਾਇਤ ਵਾਲੀ ਪੁਰਾਤਨ ਜਨਮ ਸਾਖੀ ਆਖੀ ਜਾਂਦੀ ਹੈ ਉਹਦੇ ਵਿੱਚ ਇਸ ਤਰ੍ਹਾਂ ਦੀ ਇਬਾਰਤ ਲਿਖੀ ਹੋਈ ਮਿਲਦੀ ਹੈ ਕਿ ਜਬ ਬਾਬਾ ਬਰਸਾ ਸੱਤਾਂ ਕਾ ਹੋਇਆ ਤਬ ਕਾਲੂ ਕਹਿਆ नानक तू पढ़। तब गुरु नानक को पांधे पास ले गया। कालू कहा पांधा इसनू पढ़ाए। तब पांधे पट्टी लिख दी अखरां दी मुहारनी। तब गुरु नानक लगा पढ़न राग आसा विच पट्टी महला पहला आद बाणी हुई। ਉਹ ਇਸ ਤਰ੍ਹਾਂ ਦੀ ਇਬਾਰਤ ਨੂੰ ਹੁਣ ਜਨਮ ਸਾਖੀਆਂ ਚੋਂ ਪੜ੍ਹ ਕੇ ਤੇ ਬਚਪਨ ਤੋਂ ਹੀ ਸਾਨੂੰ ਇਹੀ ਗੱਲ ਸੁਣਾਈ ਜਾਂਦੀ ਹੈ, ਸਮਝਾਈ ਜਾਂਦੀ ਹੈ ਕਿ ਗੁਰੂ ਨਾਨਕ ਪਾਤਸ਼ਾਹ ਨੂੰ ਪਾਂਧੇ ਦੇ ਕੋਲ ਜਦੋਂ ਪੜ੍ਹਨ ਪਾਇਆ ਗਿਆ, ਪਾਂਧੇ ਨੇ ਉਹਨਾਂ ਨੂੰ ਪੱਟੀ ਦੇ ਉੱਤੇ ਅੱਖਰ ਲਿਖ ਕੇ ਦਿੱਤੇ ਤੇ ਗੁਰੂ ਨਾਨਕ ਦੇਵ ਜੀ ਨੇ ਉੱਥੇ ਬਾਣੀ ਦੀ ਰਚਨਾ ਕਰ ਦਿੱਤੀ। ਇਸੇ ਤਰ੍ਹਾਂ ਦੀਆਂ ਹੋਰ ਵੀ ਅਨੇਕਾਂ ਸਾਖੀਆਂ ਮਿਲਦੀਆਂ ਹਨ, ਜਿਵੇਂ ਜਨੇਊ ਦੀ ਸਾਖੀ ਹੈ। ਉੱਥੇ ਵੀ ਇਸ ਤਰ੍ਹਾਂ ਦਾ ਜ਼ਿਕਰ ਆਉਂਦਾ ਹੈ ਕਿ ਪੰਡਤ ਜਦੋਂ ਗੁਰੂ ਨਾਨਕ ਪਾਤਸ਼ਾਹ ਦੇ ਗਲੇ ਵਿੱਚ ਜਨੇਊ ਪਾਉਣ ਲੱਗਾ ਤਾਂ ਗੁਰੂ ਨਾਨਕ ਪਾਤਸ਼ਾਹ ਨੇ ਉਹਦਾ ਹੱਥ ਪਕੜ ਲਿਆ ਤੇ ਉਸਨੂੰ ਕਿਹਾ ਕਿ ਜਨੇਊ ਕਿਉਂ ਪਾ ਰਹੇ ਹੋ। ਔਰ ਥੋੜੀ ਬਹੁਤ ਉਹਦੇ ਨਾਲ ਵਾਰਤਾਲਾਪ ਹੋਈ ਤੇ ਉਸ ਤੋਂ ਬਾਅਦ ਸਾਖੀ ਕਹਿੰਦੀ ਹੈ ਕਿ ਉੱਥੇ ਹੀ ਗੁਰੂ ਨਾਨਕ ਪਾਤਸ਼ਾਹ ਨੇ ਉਹ ਸ਼ਲੋਕ ਉਚਾਰਨ ਕੀਤਾ, ਦਿਆ ਕਪਾ ਸੰਤੋਖ ਸੂਤ ਜਤ ਗੰਢੀ ਸਤ ਵਟ ਇਹ ਜਨੇਊ ਜੀ ਕਾ ਹਈ ਤਾਂ ਪਾਂਡੇ ਘਤ। ਸੋ ਇਸੇ ਤਰ੍ਹਾਂ
ਜਨਮ ਸਾਖੀ ਦੇ ਅੰਦਰ ਹੋਰ ਵੀ ਕਈ ਤਰ੍ਹਾਂ ਦੀ ਸਾਖੀਆਂ ਮਿਲਦੀਆਂ ਨੇ, ਜਿਨ੍ਹਾਂ ਦੇ ਅੰਦਰ ਸ਼ਬਦਾਂ ਦੇ ਨਾਲ ਸੰਬੰਧਿਤ ਉਥਾਨਕਾਂ ਦੇ ਰੂਪ ਦੇ ਵਿੱਚ ਸਾਖੀਆਂ ਸੁਣਾਈਆਂ ਜਾਂਦੀਆਂ ਨੇ ਕਿ ਫਲਾਣੀ ਬਾਣੀ ਦੀ ਰਚਨਾ ਇਸ ਮੌਕੇ ਤੇ ਹੋਈ, ਫਲਾਣੇ ਬੰਦੇ ਦੇ ਨਾਲ ਗੱਲਬਾਤ ਹੋਈ ਤੇ ਉੱਥੇ ਇਹ ਸ਼ਬਦ ਰਚਿਆ ਗਿਆ। ਜਿਹੜੀ ਖਾਸ ਤੌਰ ਤੇ ਸੋ ਕਾਲਡ ਬਾਲੇ ਵਾਲੀ ਜਨਮ ਸਾਖੀ ਹੈ, ਉਹਦੇ ਵਿੱਚ ਤਾਂ ਬਹੁਤ ਹੀ ਅਜੀਬੋ-ਗਰੀਬ ਉਥਾਨਕਾਵਾਂ ਪੜ੍ਹਨ ਨੂੰ ਮਿਲਦੀਆਂ ਹਨ। ਅਖੇ ਗੁਰੂ ਨਾਨਕ ਦੇਵ ਜੀ ਕੀਟ ਨਗਰ ਗਏ, ਉੱਥੇ ਕੀੜੀਆਂ ਦਾ ਰਾਜ ਸੀ। ਉੱਥੇ ਗੁਰੂ ਨਾਨਕ ਪਾਤਸ਼ਾਹ ਨੇ ਸ਼ਬਦ ਉਚਾਰਨ ਕੀਤਾ ਕਿ ਕੀੜਾ ਥਾਪ ਦੇ ਪਾਤਸ਼ਾਹੀ ਲਸ਼ਕਰ ਕਰੇ ਸਵਾਹ। ਤੋ ਇਸ ਤਰ੍ਹਾਂ ਦੀਆਂ ਕਈ ਸਾਰੀਆਂ ਕਹਾਣੀਆਂ ਹਨ, ਉਹ ਜਨਮ ਸਾਖੀਆਂ ਦੇ ਅੰਦਰ ਮਿਲਦੀਆਂ ਹਨ। ਬਹੁਤੀ ਸੰਗਤ ਨੂੰ ਸ਼ਾਇਦ ਨਾ ਪਤਾ ਹੋਵੇ ਕਿ ਜਿਹੜੀ ਵਲਾਇਤ ਵਾਲੀ ਪੁਰਾਤਨ ਜਨਮ ਸਾਖੀ ਹੈ, ਉਹਦੇ ਅੰਦਰ ਕੁੱਲ ਸਾਖੀਆਂ ਦੀ ਗਿਣਤੀ ਜਿਹੜੀ ਹੈ ਉਹ 30 ਦੇ ਆਸ-ਪਾਸ ਹੈ। ਕਿਸੇ ਵਰਸ਼ਨ ਦੇ ਵਿੱਚ ਕੋਈ 25-26 ਸਾਖੀਆਂ ਮਿਲਦੀਆਂ ਹਨ, ਕਿਸੇ ਦੇ ਵਿੱਚ 33-34 ਦੇ ਕਰੀਬ ਸਾਖੀਆਂ ਹਨ, ਮਤਲਬ ਅਰਾਊਂਡ 30 ਹੀ ਸਾਖੀਆਂ ਹਨ। ਪਰ ਜਿਹੜੀ ਕਹੀ ਜਾਂਦੀ ਸਭ ਤੋਂ ਪੁਰਾਤਨ ਤੇ ਸਭ ਤੋਂ ਵੱਡੀ ਬਾਲੇ ਵਾਲੀ ਜਨਮ ਸਾਖੀ ਹੈ, ਉਹਦੇ ਅੰਦਰ ਕੋਈ 400 ਤੋਂ ਜ਼ਿਆਦਾ ਸਾਖੀਆਂ ਹਨ। ਤੇ ਉਹ ਐਸੀ ਬਾਲੇ ਵਾਲੀ ਜਨਮ ਸਾਖੀ ਹੈ ਕਿ ਜਿਉਂ-ਜਿਉਂ ਉਹਦੇ ਰੀਪ੍ਰਿੰਟ ਆਉਂਦੇ ਨੇ, ਉਹਦੇ ਵਿੱਚ ਸਾਖੀਆਂ ਦੀ ਗਿਣਤੀ ਵੱਧ ਜਾਂਦੀ ਹੈ। ਫਿਰ ਉਹ ਜਿਹੜੀ ਬਾਲੇ ਵਾਲੀ ਜਨਮ ਸਾਖੀ ਹੈ, ਉਹਦੇ ਅੰਦਰ ਜੋ ਬੋਲੀ ਇਸਤੇਮਾਲ ਕੀਤੀ ਗਈ ਹੈ, ਉਹ ਬੋਲੀ ਤਕਰੀਬਨ ਗੁਰੂ ਨਾਨਕ ਪਾਤਸ਼ਾਹ ਦੇ ਸਮੇਂ ਦੀ ਬੋਲੀ ਤੋਂ ਕੋਈ 150-200 ਸਾਲ ਬਾਅਦ ਦੀ ਬੋਲੀ ਹੈ। ਔਰ ਕੁਝ ਇੱਕ ਬਾਲੇ ਵਾਲੀ ਜਨਮ ਸਾਖੀ ਦੇ ਅੰਦਰ ਐਸੀਆਂ ਵੀ ਸਾਖੀਆਂ ਨੇ ਜਿਨ੍ਹਾਂ ਦੇ ਅੰਦਰ ਉਹ ਸ਼ਬਦ ਗੁਰੂ ਨਾਨਕ ਪਾਤਸ਼ਾਹ ਵੱਲੋਂ ਉਚਾਰਨ ਕੀਤੇ ਹੋਏ ਲਿਖੇ ਗਏ ਨੇ, ਦੱਸੇ ਗਏ ਨੇ, ਜਿਹੜੇ ਅਸਲ ਦੇ ਵਿੱਚ ਗੁਰੂ ਅਮਰਦਾਸ ਪਾਤਸ਼ਾਹ ਦੇ, ਗੁਰੂ ਅਰਜਨ ਪਾਤਸ਼ਾਹ ਦੇ ਉਚਾਰਨ ਕੀਤੇ ਹੋਏ ਨੇ। ਸੋ ਇਸ ਕਰਕੇ ਬਾਲੇ ਵਾਲੀ ਜਨਮ ਸਾਖੀ ਦੀ ਆਥੈਂਟਿਸਿਟੀ ਤਾਂ ਬਹੁਤ ਹੀ ਡਾਊਟਫੁਲ ਹੈ, ਉਹਦੇ ਉੱਤੇ ਤਾਂ ਭਰੋਸਾ ਕੀਤਾ ਹੀ ਨਹੀਂ ਜਾ ਸਕਦਾ। ਉਹ ਹੋਰ ਕਈ ਕਿਸਮ ਦੀਆਂ ਜਨਮ ਸਾਖੀਆਂ ਜਿਹੜੀਆਂ ਨੇ, ਉਹਨਾਂ ਵਿੱਚੋਂ ਇਤਿਹਾਸਕਾਰ ਜਿਹੜੇ ਨੇ ਉਹ ਜੋ ਜਿੰਨੀ ਕੋ ਵੀ ਰਿਲਾਇਬਿਲਿਟੀ ਕੀਤੀ ਜਾ ਸਕਦੀ ਹੈ, ਜਿੰਨਾ ਕੋ ਭਰੋਸਾ ਕੀਤਾ ਜਾ ਸਕਦਾ ਹੈ, ਉਹ ਜ਼ਿਆਦਾ ਤੋਂ ਜ਼ਿਆਦਾ ਜਿਹੜੀ ਪੁਰਾਤਨ ਜਨਮ ਸਾਖੀ ਹੈ, ਇਤਿਹਾਸਕਾਰ ਉਹਦੇ ਉੱਤੇ ਹੀ ਥੋੜਾ ਬਹੁਤ ਭਰੋਸਾ ਕਰਦੇ ਹਨ। 100% ਭਰੋਸਾ ਤਾਂ ਕਿਸੇ ਵੀ ਜਨਮ ਸਾਖੀ ਦੇ ਉੱਪਰ ਨਹੀਂ ਹੈ। ਇਹ ਇੱਕ ਆਮ ਪ੍ਰਚਲਿਤ ਮਰਿਆਦਾ ਜੀ ਕਹਿ ਲਓ ਇਹਨੂੰ, ਜਾਂ ਢੰਗ ਹੈ ਕਿਸੇ ਵੀ ਧਰਮ ਦੇ ਪੈਰੋਕਾਰਾਂ ਦੇ ਅੰਦਰ ਕਿ ਉਹ ਆਪਣੇ ਜੋ ਰਾਹਬਰ ਹੈ, ਜੋ ਉਹਨਾਂ ਦਾ ਮੁਰਸ਼ਿਦ ਹੈ, ਉਹਦੇ ਬਾਰੇ ਉਹਦੀ ਵਡਿਆਈ ਦੇ ਵਿੱਚ ਕਈ ਤਰ੍ਹਾਂ ਦੀਆਂ ਘਟਨਾਵਾਂ ਜਿਹੜੀਆਂ ਹਨ ਉਹਨਾਂ ਨੂੰ ਪ੍ਰਚਲਿਤ ਕਰਦੇ ਹਨ। ਮੇਰੇ ਕਹਿਣ ਤੋਂ ਭਾਵ ਇਹ ਹੈ ਕਿ ਭਈ ਕਈ ਵਾਰੀ ਕੀ ਹੁੰਦਾ ਹੈ ਕਿ ਗੁਰੂ ਸਾਹਿਬ ਦਾ ਉਪਦੇਸ਼ ਉਹ ਸੰਗਤ ਨੂੰ ਹੋਰ ਹਾਲਾਤਾਂ ਦੇ ਅੰਦਰ ਦਿੱਤਾ ਜਾਂਦਾ ਹੈ, ਕਿਸੇ ਖਾਸ ਢੰਗ ਦੇ ਨਾਲ, ਕਿਸੇ ਖਾਸ ਮੌਕੇ ਤੇ, ਜੋ ਸਾਰੀ ਸੰਗਤ ਦੇ ਵਾਸਤੇ ਸਾਂਝਾ ਹੁੰਦਾ ਹੈ। ਉਹਦੇ ਅੰਦਰ ਰੋਚਕਤਾ ਲਿਆਉਣ ਵਾਸਤੇ ਤੇ ਸ਼ਾਇਦ ਕੁਝ ਇਸ ਐਂਗਲ ਤੋਂ ਵੀ ਕਿ ਬਈ ਜੇ ਨਾਲ ਉਹਦੇ ਕੋਈ ਅਸੀਂ ਪ੍ਰਸੰਗ ਜੋੜ ਦਿਆਂਗੇ, ਕੋਈ ਕਥਾ ਕਹਾਣੀ ਉਹਦੇ ਨਾਲ ਜੋੜ ਦਿਆਂਗੇ, ਤਾਂ ਉਹ ਸੀਨਾ ਬਸੀਨਾ ਕਹਾਣੀ ਜਿਹੜੀ ਹੈ ਅੱਗੇ ਉੜਦੀ ਜਾਂਦੀ ਹੈ, ਲੋਕਾਂ ਨੂੰ ਯਾਦ ਰਹਿੰਦੀ ਹੈ। ਤੇ ਇਸ ਕਰਕੇ ਵੀ ਸ਼ਬਦਾਂ ਦੇ ਨਾਲ ਕਹਾਣੀਆਂ ਜੋੜਨ ਦਾ ਜੋ ਢੰਗ ਹੈ ਉਹ ਪ੍ਰਚਲਿਤ ਹੋ ਜਾਂਦਾ ਹੈ। ਇਹ ਨਹੀਂ ਹੈ ਕਿ ਗੁਰੂ ਨਾਨਕ ਪਾਤਸ਼ਾਹ ਨੇ ਜਨੇਊ ਦੀ ਵਿਰੋਧਤਾ ਨਹੀਂ ਕੀਤੀ, ਪਰ ਇਸ ਗੱਲ ਨੂੰ ਉੱਤੇ ਜ਼ੋਰ ਦੇਣਾ ਔਰ ਇਸ ਗੱਲ ਨੂੰ ਪ੍ਰਚਾਰਨਾ ਕਿ ਬਈ ਇਹ ਸ਼ਲੋਕ ਉਸੇ ਮੌਕੇ ਤੇ ਹੀ ਉਚਾਰਨ ਕੀਤਾ ਗਿਆ ਸੀ, ਇਹਦੀ ਆਪਣੇ ਆਪ ਵਿੱਚ ਕੋਈ ਬਹੁਤ ਜ਼ਿਆਦਾ ਅਹਿਮੀਅਤ ਵੀ ਨਹੀਂ ਹੈ, ਕਿਉਂਕਿ ਜੋ ਸ਼ਲੋਕ ਦਾ ਸਿਧਾਂਤ ਹੈ ਉਹ ਰਹਿੰਦੀ ਦੁਨੀਆ ਤੱਕ ਕਾਇਮ ਹੈ। ਉਹਦਾ ਸਿਰਫ ਉਸ ਮੌਕੇ ਦੇ ਨਾਲ ਹੀ ਸੰਬੰਧ ਨਹੀਂ ਸੀਗਾ ਕਿ ਵੀ ਜਦੋਂ ਗੁਰੂ ਨਾਨਕ ਪਾਤਸ਼ਾਹ ਨੂੰ ਜਨੇਊ ਪਾਉਣ ਦੀ ਰਸਮ ਅਦਾ ਕੀਤੀ ਜਾਣ ਲੱਗੀ, ਤਾਂ ਇਹ ਤਾਂ ਗੱਲ ਬਿਲਕੁਲ ਨਿਸ਼ਚਿਤ ਹੈ ਕਿ ਗੁਰੂ ਨਾਨਕ ਪਾਤਸ਼ਾਹ ਨੇ ਜਨੇਊ ਪਾਉਣ ਤੋਂ ਨਾ ਕਰ ਦਿੱਤੀ ਸਾਰੀ ਬਿਰਾਦਰੀ ਦੇ ਸਾਹਮਣੇ। ਪਰ ਇਹ ਜ਼ਰੂਰੀ ਨਹੀਂ ਹੈ ਕਿ ਬਈ ਉਹ ਸ਼ਲੋਕ ਜਿਹੜਾ ਹੈ ਉਹ ਵੀ ਜ਼ਰੂਰ ਉਸ ਮੌਕੇ ਤੇ ਹੀ ਉਚਾਰਨ ਕੀਤਾ ਗਿਆ ਹੋਵੇ। ਹਾਂ, ਸਿਧਾਂਤ ਜ਼ਰੂਰ ਗੁਰੂ ਸਾਹਿਬ ਨੇ ਉੱਥੇ ਸਪਸ਼ਟ ਤੌਰ ਦੇ ਉੱਤੇ ਲੋਕਾਂ 'ਚ ਸਾਂਝਾ ਕਰ ਦਿੱਤਾ। ਇਵੇਂ ਹੀ ਜਿਹੜੀ ਅੱਜ ਦੀ ਬਾਣੀ ਜਿਹਦੀ ਅਸੀਂ ਵਿਚਾਰ ਕਰਨੀ ਹੈ, ਹੁਣ ਅਸੀਂ ਜਦੋਂ 52 ਅੱਖਰੀ ਬਾਣੀ ਦੀ ਵਿਚਾਰ ਕੀਤੀ ਇਸ ਤੋਂ ਪਹਿਲਾਂ,
ਤਾਂ ਗੁਰੂ ਅਰਜਨ ਪਾਤਸ਼ਾਹ ਦੀ ਬਾਣੀ ਦੇ ਨਾਲ ਸਾਨੂੰ ਕੋਈ ਕਹਾਣੀ ਪੜ੍ਹਨ ਨੂੰ ਨਹੀਂ ਮਿਲੀ ਕਿ ਗੁਰੂ ਅਰਜਨ ਪਾਤਸ਼ਾਹ ਨੂੰ ਜਦੋਂ ਪੜ੍ਹਨੇ ਪਾਇਆ ਗਿਆ ਤੇ ਉਹਨਾਂ ਨੇ ਉਸ ਵੇਲੇ 52 ਅੱਖਰੀ ਦੀ ਉਚਾਰਨ ਕੀਤੀ ਬਾਣੀ। ਅਸੀਂ ਇਸ ਗੱਲ ਨੂੰ ਭਲੀ-ਭਾਂਤ ਸਮਝਦੇ ਹਾਂ ਕਿ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਅਨੇਕਾਂ ਬਾਣੀਆਂ ਦੀ ਰਚਨਾਵਾਂ ਇਸ ਤਰੀਕੇ ਦੀਆਂ ਹਨ ਜਿਹੜੀਆਂ ਕਿਸੇ ਇੱਕ ਖਾਸ ਪੈਟਰਨ ਨੂੰ ਯੂਜ਼ ਕਰਕੇ ਤੇ ਉਹਨਾਂ ਦੇ ਨੂੰ ਜੋ ਹੈ ਬੇਸਿਕ ਪੌੜੀਆਂ ਦੇ ਆਰੰਭ ਕਰਨ ਦਾ ਆਧਾਰ ਬਣਾ ਕੇ ਤੇ ਫਿਰ ਅੱਗੋਂ ਗੱਲ ਗੁਰਮਤਿ ਸਿਧਾਂਤ ਦੀ ਕੀਤੀ ਜਾਂਦੀ ਹੈ। ਜਿਵੇਂ ਮਿਸਾਲ ਦੇ ਤੌਰ ਤੇ ਬਾਣੀ 52 ਅੱਖਰੀ ਹੈ। ਇਸੇ ਤਰ੍ਹਾਂ ਹੀ ਬਾਣੀ 12 ਮਾਹ ਦੀ ਹੈ, ਜਿਹਦੇ 'ਚ ਮਹੀਨਿਆਂ ਦੇ ਨਾਮ ਇਸਤੇਮਾਲ ਕੀਤੇ ਗਏ ਹਨ। ਹੁਣ ਕੋਈ ਅਗਰ ਜੇ ਆਖੇ ਕਿ ਬਈ ਹਰ ਇੱਕ ਪਦਾ ਜਿਹੜਾ ਮਹੀਨਿਆਂ ਦੇ ਨਾਮ ਦੇ ਨਾਲ ਸੰਬੰਧਿਤ ਹੈ, ਗੁਰੂ ਸਾਹਿਬ ਨੇ ਉਸੇ ਮਹੀਨੇ ਦੇ ਵਿੱਚ ਹੀ ਲਿਖਿਆ ਸੀਗਾ। ਜਿਵੇਂ ਅੱਜ-ਕੱਲ੍ਹ ਸਾਡੇ ਗੁਰਦੁਆਰਿਆਂ ਦੇ ਵਿੱਚ ਮਰਿਆਦਾ ਐਸਟੈਬਲਿਸ਼ ਹੋ ਗਈ ਹੈ ਕਿ ਬਈ ਜਿਸ ਮਹੀਨੇ ਦੀ ਸੰਗਰਾਂਦ ਹੁੰਦੀ ਹੈ, ਉਸ ਮਹੀਨੇ ਨੂੰ ਹੀ ਉਸ 12 ਮਾਹ ਦੇ ਵਿੱਚੋਂ ਉਚੇਚਾ ਉਸ ਮਹੀਨੇ ਦੇ ਨਾਮ ਵਾਲਾ ਸ਼ਬਦ ਪੜ੍ਹ ਕੇ ਤੇ ਉਹਦਾ ਸੰਗਤ ਨੂੰ ਪਾਠ ਸੁਣਾਇਆ ਜਾਂਦਾ ਹੈ। ਰਾਗੀ ਸਿੰਘ ਉਹਦਾ ਕੀਰਤਨ ਵੀ ਕਰਦੇ ਹਨ। ਇਹ ਬਹੁਤ ਪਿੱਛੋਂ ਦੀਆਂ ਗੱਲਾਂ ਨੇ ਜਿਹੜੀਆਂ ਆਪਣੇ ਆਪ 'ਚ ਅਟੈਚ ਹੋ ਗਈਆਂ ਨੇ। ਇਹ ਨਹੀਂ ਹੈ ਕਿ ਗੁਰੂ ਸਾਹਿਬ ਨੇ ਕੋਈ ਐਸੀ ਮਰਿਆਦਾ ਆਪ ਬਣਾਈ ਸੀ। ਜੇ ਇਹ ਗੱਲ ਹੁੰਦੀ ਤਾਂ ਜਿਹੜੇ ਹੁਣ 7 ਵਾਰ ਨੇ, ਉਹ ਹਰ ਦਿਨ ਨੂੰ, ਹਰ ਵਾਰ ਨੂੰ ਫਿਰ ਉਸ ਵਾਰ ਦਾ ਸ਼ਬਦ ਵੀ ਪੜ੍ਹਨਾ ਚਾਹੀਦਾ ਹੈ। ਜਿਹੜੀ ਥਿੱਤੀ ਬਾਣੀ ਹੈ ਗੌੜੀ ਰਾਗ ਦੇ ਅੰਦਰ, ਤਾਂ ਹਰ ਇੱਕ ਥਿੱਤ ਜਿਹੜੀ 15 ਦਿਨਾਂ 15 ਥਿੱਤਾਂ ਆਉਂਦੀਆਂ ਨੇ, ਹਰ ਥਿੱਤ ਨੂੰ ਉਸ ਥਿੱਤ ਦਾ ਫਿਰ ਸ਼ਬਦ ਦਾ ਵੀ ਪਾਠ ਕਰਨਾ ਬਣਦਾ ਹੈ। ਇਸ ਤਰੀਕੇ ਦੇ ਨਾਲ ਪਹਿਰਿਆਂ ਦੀ ਬਾਣੀ ਹੈ, ਦਿਨ ਰਹਿਣ ਬਾਣੀ ਹੈ, ਤਾਂ ਦਿਨ ਰਹਿਣ ਵੇਲੇ ਦਿਨ ਦਾ ਸ਼ਬਦ ਦਿਨ ਨੂੰ ਪੜ੍ਹੋ, ਰਹਿਣ ਦਾ ਸ਼ਬਦ ਰਾਤ ਨੂੰ ਪੜ੍ਹੋ। ਐਸਾ ਤਾਂ ਕੋਈ ਨਿਤਨੇਮ ਸਾਡਾ ਹੈ ਨਹੀਂ। ਫਿਰ ਜਿਹੜੀ ਪਹਿਰਿਆਂ ਦੀ ਬਾਣੀ ਹੈ, 4 ਪਹਿਰਾਂ ਦੀ ਗੱਲ ਕੀਤੀ ਗਈ ਹੈ, ਤਾਂ ਹਰ ਪਹਿਰ ਉਹ ਰਾਤ ਦੇ ਪਹਿਰ ਨੇ ਤੇ ਰਾਤੀ ਉੱਠ ਕੇ ਉਹ ਇੱਕ ਪਹਿਰ ਦਾ ਸ਼ਬਦ ਦਾ ਪਾਠ ਕੀਤਾ ਜਾਵੇ। ਐਸੀ ਵੀ ਕੋਈ ਮਰਿਆਦਾ ਨਹੀਂ ਹੈ ਤੇ ਨਾ ਹੀ ਕੋਈ ਬਣਾਉਣ ਦੀ ਗੱਲ ਕਰਦਾ ਹੈ। ਤਾਂ ਇਹ ਜ਼ਬਰਦਸਤੀ ਦੀਆਂ ਚੀਜ਼ਾਂ ਅਸੀਂ ਲੋਕ ਬਾਅਦ ਵਿੱਚ ਅਟੈਚ ਕਰ ਦਿੰਦੇ ਹਾਂ। ਇਹ ਗੱਲ ਸੱਚ ਹੈ ਕਿ ਗੁਰੂ ਨਾਨਕ ਪਾਤਸ਼ਾਹ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਤੱਕ ਦੇ ਸਮੇਂ ਦਾ ਸਿਸਟਮੈਟਿਕ ਢੰਗ ਦੇ ਨਾਲ ਕੋਈ ਇਤਿਹਾਸ ਲਿਖਿਆ ਨਹੀਂ ਗਿਆ। ਜੋ ਥੋੜੀ ਬਹੁਤੀ ਲਿਖਤਾਂ ਅਵੇਲੇਬਲ ਹੈ ਵੀ ਨੇ, ਤਾਂ ਉਹ ਵੀ ਇਤਿਹਾਸਕ ਤੌਰ ਤਰੀਕਿਆਂ ਦੇ ਨਾਲ ਨਹੀਂ ਹੈਗੀਆਂ। ਹਾਂ, ਭਾਈ ਗੁਰਦਾਸ ਜੀ ਦੀ ਰਚਨਾ ਜਿਹੜੀ ਹੈ, ਜੋ ਕਿ ਗੁਰੂ ਅਰਜਨ ਪਾਤਸ਼ਾਹ ਦੇ ਸਮਕਾਲੀ ਹੋਏ ਹਨ, ਉਹਨਾਂ ਦੀ ਵਾਰਾਂ ਦੇ ਅੰਦਰ ਗੁਰੂ ਨਾਨਕ ਪਾਤਸ਼ਾਹ ਦੇ ਜੀਵਨ ਨਾਲ ਸੰਬੰਧਿਤ ਕੁਝ ਘਟਨਾਵਾਂ ਦਾ ਵਰਣਨ ਮਿਲਦਾ ਹੈ। ਪਰ ਉਹ ਵੀ ਇਤਿਹਾਸ ਦੇ ਪੱਖ ਤੋਂ ਘੱਟ ਹੈ, ਸਿਧਾਂਤ ਦੇ ਪੱਖ ਤੋਂ ਜ਼ਿਆਦਾ ਹੈ। ਭਾਈ ਗੁਰਦਾਸ ਜੀ ਦਾ ਜ਼ਿਆਦਾ ਜ਼ੋਰ ਇਸੇ ਗੱਲ ਤੇ ਰਿਹਾ ਹੈ ਕਿ ਬਾਬੇ ਦਾ ਉਪਦੇਸ਼ ਕੀ ਸੀਗਾ। ਬਾਬੇ ਨੇ ਜਿਸ ਜਗ੍ਹਾ ਤੇ ਵੀ ਗਏ, ਗੁਰੂ ਨਾਨਕ ਪਾਤਸ਼ਾਹ ਨੇ ਉੱਥੋਂ ਦੀ ਸੰਗਤ ਨੂੰ ਕੀ ਸਿੱਖਿਆ ਦਿੱਤੀ, ਕਿਸ ਤਰ੍ਹਾਂ ਦਾ ਉਪਦੇਸ਼ ਦਿੱਤਾ। ਉਹਨਾਂ ਨੇ ਵੀ ਕੋਈ ਤਰੀਕਾ, ਕੋਈ ਰਸਤੇ, ਕੋਈ ਰੂਟ ਕਿ ਕਿੱਥੇ-ਕਿੱਥੇ ਗਏ। ਕਈ ਜਗ੍ਹਾ ਦੇ ਉੱਤੇ ਤਾਂ ਜਗ੍ਹਾ ਦੇ ਨਾਮ ਵੀ ਨਹੀਂ ਆਉਂਦੇ ਹੈਗੇ। ਕਿਧਰੇ-ਕਿਧਰੇ ਆ ਜਾਂਦਾ ਹੈ। ਬਹੁਤੀ ਜਗ੍ਹਾ ਤੇ ਜਗ੍ਹਾ ਦੇ ਨਾਮ ਵੀ ਨਹੀਂ ਹਨ ਕਿ ਕਿੱਥੇ ਗੱਲਬਾਤ ਹੋਈ, ਕੀ ਜਿਹੜੀ ਹੈ ਜਿਸ ਸਿਧਾਂਤ ਦਾ ਜ਼ਿਕਰ ਕੀਤਾ ਹੈ, ਉਹ ਉਹਦੇ ਨਾਲ ਸੰਬੰਧਿਤ ਇਸ ਤਰੀਕੇ ਦੇ ਕੋਈ ਇਤਿਹਾਸਕ ਤੱਥ ਜਿਹੜੇ ਹਨ, ਉਹ ਨਾਲ ਮੈਂਸ਼ਨ ਨਹੀਂ ਕੀਤੇ ਗਏ। ਉਹ ਇਸ ਗੱਲ ਨੂੰ ਤਾਂ ਸਾਨੂੰ ਸਵੀਕਾਰ ਕਰਨਾ ਹੀ ਪਵੇਗਾ ਕਿ ਗੁਰ ਇਤਿਹਾਸ ਜਿਹੜਾ ਹੈ, ਇਤਿਹਾਸ ਦੇ ਤੌਰ ਦੇ ਉੱਤੇ ਸਿਸਟਮੈਟਿਕ ਢੰਗ ਦੇ ਨਾਲ ਲਿਖਿਆ ਨਹੀਂ ਗਿਆ। ਉਹ ਬਾਅਦ ਵਿੱਚ ਜਦੋਂ ਲੋਕਾਂ ਨੂੰ ਖਿਆਲ ਆਇਆ ਇਤਿਹਾਸ ਲਿਖਣ ਦਾ, ਉਦੋਂ ਸਮਾਂ ਕਾਫੀ ਤੋਂ ਜ਼ਿਆਦਾ ਬੀਤ ਚੁੱਕਾ ਸੀਗਾ ਤੇ ਜਿਹੜੇ ਇਤਿਹਾਸਕ ਤੱਥ ਹਨ, ਜੋ ਹੋਰ ਚੀਜ਼ਾਂ ਜਿਹੜੀਆਂ ਕਿ ਹਿਸਟੋਰਿਕ ਘਟਨਾਵਾਂ ਨੂੰ ਜੋ ਕ੍ਰੈਡੀਬਿਲਿਟੀ ਦਿੰਦੀਆਂ ਹਨ, ਜੋ ਆਥੈਂਟਿਸਿਟੀ ਉਹਨਾਂ ਦੀ ਐਸਟੈਬਲਿਸ਼ ਕਰਦੀਆਂ ਹਨ, ਐਸੀਆਂ ਚੀਜ਼ਾਂ ਦੀ ਉਹਨਾਂ ਲਿਖਤਾਂ ਦੇ ਅੰਦਰ ਕਾਫੀ ਕਮੀ ਰਹੀ ਹੈ। ਤਾਂ ਬਾਣੀ ਦੇ ਵਿੱਚੋਂ ਸਾਡਾ ਵੀ ਮੁੱਖ ਮਕਸਦ ਹੋਣਾ ਇਹ ਚਾਹੀਦਾ ਹੈ ਕਿ ਬਾਣੀ ਸਾਨੂੰ ਉਪਦੇਸ਼ ਕੀ ਕਰਦੀ ਹੈ, ਸਾਨੂੰ ਕੀ ਜੀਵਨ ਜਾਚ ਸਿਖਾਉਂਦੀ ਹੈ, ਉਹਦੇ ਨਾਲ ਸਾਡਾ ਸੰਬੰਧ ਜ਼ਿਆਦਾ ਹੋਣਾ ਚਾਹੀਦਾ ਹੈ, ਨਾ ਕਿ ਉਹਨਾਂ ਦੇ ਨਾਲ ਜੋੜੀਆਂ ਗਈਆਂ ਕਹਾਣੀਆਂ ਦੇ ਬਾਰੇ ਸਾਨੂੰ ਕਿਸੇ ਆਰਗੂਮੈਂਟ 'ਚ ਜਾਂ ਕਿਸੇ ਬਹਿਸ 'ਚ ਪੈਣਾ ਚਾਹੀਦਾ ਹੈ ਕਿ ਇਹ ਠੀਕ ਹੈ, ਇਹ ਗਲਤ ਹੈ। ਤਾਂ ਅਗਰ ਜੇ ਕਿਸੇ ਪੜ੍ਹਨ ਵਾਲੇ ਸੱਜਣ ਨੂੰ ਇਸ ਗੱਲ ਤੋਂ ਤਸੱਲੀ ਮਿਲਦੀ ਹੈ ਕਿ ਗੁਰੂ ਨਾਨਕ ਪਾਤਸ਼ਾਹ ਨੇ ਕੋਈ ਪੜ੍ਹਾਈ ਕੀਤੀ ਨਹੀਂ, ਉਲਟਾ ਪਾਂਧੇ ਨੂੰ ਪੜ੍ਹਾ ਕੇ ਤੇ ਇਸ ਬਾਣੀ ਦੀ ਰਚਨਾ ਕਰਕੇ ਉਹ ਸਕੂਲੋਂ ਬਾਹਰ ਆ ਗਏ, ਤਾਂ ਉਸ ਨੂੰ ਇਹ ਸੋਚ ਮੁਬਾਰਕ ਹੈ। ਇਸੇ ਤਰ੍ਹਾਂ ਦੀ ਕੋਈ ਜਨਮ ਸਾਖੀ ਦੇ ਅੰਦਰ ਇੱਕ ਘਟਨਾ ਸ਼ਾਇਦ ਮੌਲਵੀ ਕੋਲੋਂ ਪੜ੍ਹਨ ਦੀ ਵੀ ਮਿਲਦੀ ਹੈ ਕਿ ਉੱਥੇ ਵੀ ਗੁਰੂ ਨਾਨਕ ਪਾਤਸ਼ਾਹ ਨੂੰ ਇਹ ਦਿਖਾਇਆ ਗਿਆ ਹੈ ਵੀ ਉਹਨਾਂ ਨੇ ਖੁਦ ਪੜ੍ਹਨ ਦੀ ਬਜਾਏ ਮੌਲਵੀ ਨੂੰ ਹੀ ਪੜ੍ਹਾ ਕੇ ਤੇ ਉਹ ਉੱਥੋਂ ਵਾਪਸ ਆ ਗਏ।
ਤੇ ਇਹ ਇੰਪ੍ਰੈਸ਼ਨ ਦਿੱਤਾ ਜਾਂਦਾ ਹੈ ਕਿ ਗੁਰੂ ਨਾਨਕ ਪਾਤਸ਼ਾਹ ਨੇ ਕੋਈ ਫਾਰਮਲ ਐਜੂਕੇਸ਼ਨ ਲਈ ਨਹੀਂ। तो ਹੁਣ ਇਹ ਗੱਲ ਲਿਖ ਕੇ ਇਹ ਨਹੀਂ ਪਤਾ ਕਿ ਲਿਖਣ ਵਾਲਾ ਬੰਦਾ ਗੁਰੂ ਨਾਨਕ ਪਾਤਸ਼ਾਹ ਦੀ ਵਡਿਆਈ ਐਸਟੈਬਲਿਸ਼ ਕਰ ਰਿਹਾ ਹੈ ਕਿ ਉਹਨਾਂ ਨੂੰ ਅਨਪੜ੍ਹ ਸਿੱਧ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਹੋਰ ਗੁਰੂ ਸਾਹਿਬਾਨ ਦੇ ਬਾਰੇ, ਜੀਵਨ ਕਾਲ ਦੇ ਬਾਰੇ ਜਿੰਨੀਆਂ ਵੀ ਥੋੜੀ ਬਹੁਤ ਘਟਨਾਵਾਂ ਮਿਲਦੀਆਂ ਹਨ, ਕਿਧਰੇ ਵੀ ਕਿਸੇ ਲਿਖਣ ਸਾਖੀਕਾਰ ਨੇ ਇਹ ਇਤਿਹਾਸ ਨਹੀਂ ਦਰਜ ਕੀਤਾ ਕਿ ਸਾਰੇ ਗੁਰੂ ਸਾਹਿਬਾਨ ਜਿਹੜੇ ਸੀਗੇ ਉਹ ਜਾਂ ਗੁਰੂ ਸਾਹਿਬਾਨ ਦੇ ਜਿਹੜੇ ਅੱਗੋਂ ਸਾਹਿਬਜ਼ਾਦੇ ਸਨ, ਉਹਨਾਂ ਨੂੰ ਵੀ ਕਿਤੇ ਪੜ੍ਹਾਈ ਨਹੀਂ ਕਰਵਾਈ ਗਈ। ਬਲਕਿ ਐਸਾ ਜ਼ਿਕਰ ਮਿਲਦਾ ਹੈ ਕਿ ਫਲਾਣੇ ਬੰਦੇ ਕੋਲੋਂ ਤੀਰਅੰਦਾਜ਼ੀ, ਘੋੜਸਵਾਰੀ ਦੀ ਸਿੱਖਿਆ ਦਿਵਾਈ ਗਈ, ਫਲਾਣੇ ਕੋਲੋਂ ਉਰਦੂ ਫਾਰਸੀ ਦੀ ਪੜ੍ਹਾਈ ਸਿਖਾਈ ਗਈ, ਫਲਾਣੇ ਕੋਲੋਂ ਸੰਸਕ੍ਰਿਤ ਦੀ ਸਿੱਖਿਆ ਦਿਵਾਈ ਗਈ। ਐਸੇ ਕਿਤੇ ਕਿਤੇ ਵਰਣਨ ਮਿਲਦੇ ਹਨ। तो इस गल ਵਿੱਚ ਕੋਈ ਗੁਰੂ ਸਾਹਿਬਾਨ ਦੀ ਕੋਈ ਹੇਠੀ ਨਹੀਂ ਹੈ ਕਿ ਉਹਨਾਂ ਨੇ ਦੁਨਿਆਵੀ ਸਿੱਖਿਆ ਜਿਹੜੀ ਹੈ ਕਿਸੇ ਹੋਰ ਆਪਣੇ ਤੋਂ ਵੱਡੀ ਉਮਰ ਦੇ ਬੰਦੇ ਕੋਲੋਂ ਪ੍ਰਾਪਤ ਕੀਤੀ। ਗੁਰੂ ਸਾਹਿਬਾਨ ਦੀ ਵਡਿਆਈ ਇਸ ਗੱਲ ਵਿੱਚ ਹੈ ਕਿ ਉਹਨਾਂ ਨੇ ਜੋ ਆਤਮਿਕ ਗਿਆਨ ਦੁਨੀਆ ਨੂੰ ਦਿੱਤਾ, ਉਹ ਇੱਕ ਨਿਰਾਲਾ ਤੇ ਬਿਲਕੁਲ ਹੀ ਉੱਤਮ ਦਰਜੇ ਦਾ ਸਭ ਤੋਂ ਵਧੀਆ ਜੀਵਨ ਜਾਚ ਦੇਣ ਵਾਲਾ ਆਤਮਿਕ ਗਿਆਨ ਸੀਗਾ। ਜਿਸ ਪਾਏ ਦਾ ਗਿਆਨ, ਜਿਸ ਤਰੀਕੇ ਦਾ ਗਿਆਨ ਦੁਨੀਆ ਦੇ ਵਿੱਚ ਪਹਿਲਾਂ ਮੌਜੂਦ ਹੀ ਨਹੀਂ ਸੀਗਾ। ਜੋ ਜੀਵ ਆਤਮਾ ਦਾ ਪਰਮਾਤਮਾ ਦੇ ਨਾਲ ਮਿਲਾਪ ਕਰਨ ਦਾ ਢੰਗ, ਜੋ ਮਨੁੱਖਾ ਜੀਵਨ ਦਾ ਮਨੋਰਥ, ਜੋ ਚੀਜ਼ਾਂ ਇਹ ਗੁਰਬਾਣੀ ਦੇ ਰਾਹੀਂ ਗੁਰੂ ਨਾਨਕ ਪਾਤਸ਼ਾਹ ਨੇ ਔਰ ਉਹਨਾਂ ਦੇ ਫੋਲੋ ਕਰਨ ਵਾਲੇ ਬਾਕੀ ਦੇ ਅਗਲੇ ਗੁਰੂ ਸਾਹਿਬਾਨ ਨੇ ਗੁਰਬਾਣੀ ਦੇ ਰਾਹੀਂ ਦੁਨੀਆ ਨੂੰ ਦਿੱਤੀਆਂ, ਐਸਾ ਗਿਆਨ, ਐਸਾ ਆਤਮਿਕ ਚਾਨਣ ਇਹ ਦੁਨੀਆ ਕੋਲ ਪਹਿਲਾਂ ਮੌਜੂਦ ਨਹੀਂ ਸੀਗਾ। तो गुरु की वडियाई इस चीज में है। पर जे किसी ਨੂੰ इस गल तो तसल्ली मिलती है कि भाई साडे गुरु साहबान ने दुनियावी पढ़ाई भी किसी कोलों नहीं लई, वो सब कुछ पहला तो ही सीख के आए सन, तो उन्होंने ये सोच मुबारक है। सो जो ये पट्टी बाणी दी असी जो विचार करनी है, ਉਹਦੇ ਨਾਲ इस घटना वापरी किस तरीके नाल वापरी कि गुरु नानक पातशाह ने कुछ दिन, कुछ समय, कुछ महीने स्कूल अटेंड किया या नहीं किया, पांदे कोलों पढ़े या नहीं पढ़े, कोई फर्क नहीं पएगा, क्योंकि गुरबाणी का जो सिद्धांत है, जो मैसेज है, वो उन्हें तो बदल नहीं जाना। तो इसलिए साखी दे नाल साडा कोई बहुता तल्लक होना भी नहीं चाहिए। पर जिवें मैं अगे अर्ज की है कि भाई इन्हां साखियां दे उत्ते असीं बहुत ज़्यादा जो है रिलायबिलिटी रख नहीं सकते, क्योंकि ये इतिहासक तौर के उत्ते लिखियां नहीं गईयां और ये बहुत समय बाद होंद विच आईयां हैं। खास तौर पर जिहड़ी बहुत ही पॉपुलर बाले वाली जन्म साखी है और जिन्हों ऑथेंटिसिटी देने की कोशिश दे विच फर्जी करैक्टर भी घड़े गए, फर्जी कहानियां घड़ के ये सिद्ध करने की कोशिश की गई कि यह जन्म साखी गुरु अंगद पातशाह ने लिखवाई। बाला बोलता गया ते पैड़े मौके ने वो लिखी ते गुरु अंगद साहब की हाज़री दे विच सामने लिखी गई। वो तो मूलों ही गलत है और फर्जी मन घड़त कहानी के रूप में साडे सामने सिद्ध हो जाती है जदों उसके कंटेंट नूं असीं ध्यान दे नाल परखदे हां। तो ये कहानियां नूं असीं इत्थे खत्म करदे हां। तो हुण जो गुरु का जो सिद्धांत है, गुरु का जो उपदेश है, जो सांझा सकल जहान वास्ते है और सदीव काल वास्ते है, वो ਉਹਦੇ ਵੱਲ ਅਸੀਂ अपना ध्यान केंद्रित करते हैं। तो बाणी का जो सिरलेख है, एक ओंकार सत गुर प्रसाद, राग आसा, महला पहला, पट्टी लिखी। तो इस सिरलेख तो ये गल जिहड़ी है सामने आ जाती है कि गुरु नानक पातशाह ने ये राग आसा के अंदर ये बाणी लिखी और जिवें कि बच्चे नूं पढ़ाई शुरू कराउण लगिया पट्टी की लिखाई करवाई जाती है, तो उदों जिहड़े अखर वर्णमाला दे उहनूं पढ़ाए जाते हैं, उन्हां अखरां दा ही आधार लैके ते गुरमत दे सिद्धांत गुरु नानक पातशाह ने इस बाणी के अंदर सानूं दिते हैं, पेश किए हैं, साडी अगवाई वास्ते सानूं दस्से हैं। तो इस करके जो इहदा सिरलेख है कि पट्टी लिखी दे वेले जो लिखण वेले जिहड़े अखर वरते जाते हैं, उन्हां अखरां की वरतों इस बाणी के अंदर की जा रही है। तो बाणी आरंभ होती है, सस्सै सोए सृष्ट जिन साजी, सबना साहिब एक भया, सेवत रहे चित जिनका लागा, आया तिनका सफल भया। ये पहला बंद है।
ਇਸ ਤੋਂ ਅਗਲਾ ਪਦਾ ਜਿਹੜਾ ਹੈ ਉਹ ਇਸ ਬਾਣੀ ਦਾ ਰਹਾਉ ਦਾ ਪਦਾ ਹੈ। ਉਸ ਦਾ ਅਸੀਂ ਪਹਿਲੇ ਪਾਠ ਕਰ ਲਈਏ। ਮਨ ਕਾਹੇ ਭੂਲੇ ਮੂੜ ਮਨਾ, ਜਬ ਲੇਖਾ ਦੇਵੇਂ ਬੀਰਾ ਉਹ ਪੜਿਆ ਰਹਾਉ। ਆਪ ਜਿਵੇਂ ਭਲੀ ਪ੍ਰਕਾਰ ਜਾਣੂ ਹੋ ਕਿ ਰਹਾਉ ਦਾ ਪਦਾ ਸ਼ਬਦ ਦਾ ਕੇਂਦਰੀ ਭਾਵ ਹੁੰਦਾ ਹੈ। ਜਿਨ੍ਹਾਂ ਬਾਣੀਆਂ ਦੇ ਅੰਦਰ ਰਹਾਉ ਦਾ ਪਦ ਆਉਂਦਾ ਹੈ, ਉਹਨਾਂ ਬਾਣੀਆਂ ਦਾ ਵੀ ਕੇਂਦਰੀ ਭਾਵ ਰਹਾਉ ਦੇ ਪਦੇ ਦੇ ਅੰਦਰ ਹੀ ਹੁੰਦਾ ਹੈ। तो इस बाणी का जो मुख संदेश है, जो मुख मैसेज है, वो मन ਨੂੰ ਸੰਬੋਧਨ ਕਰਕੇ ਗੁਰੂ ਸਾਹਿਬ ਕਹਿ ਰਹੇ ਹਨ। ਔਰ ਮਨ ਨੂੰ ਕਹਿ ਰਹੇ ਹਨ ਕਿ ਤੂੰ ਕਿਉਂ ਭੁੱਲਿਆ ਫਿਰਦਾ ਹੈ। ਭੁੱਲਿਆ ਹੁੰਦਾ ਕੌਣ ਬੰਦਾ ਹੁੰਦਾ ਹੈ, ਜਿਹਨੂੰ ਸਹੀ ਰਾਹ ਦੀ ਸੋਝੀ ਨਾ ਹੋਵੇ। ਜਿਵੇਂ ਮੰਨ ਲਓ ਅਸੀਂ ਡੈਸਟੀਨੇਸ਼ਨ A ਤੋਂ ਡੈਸਟੀਨੇਸ਼ਨ B ਕਿਸੇ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਜਾਣਾ ਹੈ। ਮੰਨ ਲਓ ਦਿੱਲੀ ਤੋਂ ਅੰਮ੍ਰਿਤਸਰ ਹੀ ਜਾਣਾ ਹੈ ਤੇ ਅਸੀਂ ਸੜਕ ਹੀ ਕੋਈ ਗਲਤ ਪਕੜ ਲਈਏ, ਬਜਾਏ ਕਰਨਾਲ ਹਾਈਵੇ ਪਕੜਨ ਦੇ ਤੇ ਅਸੀਂ ਰੋਹਤਕ ਵਾਲੀ ਰੋਡ ਤੇ ਪੈ ਜਾਈਏ ਤੇ ਅੱਗੋਂ ਸਾਨੂੰ ਰਾਹ ਲੱਭੇ ਨਾ, ਕੋਈ ਸਾਈਨ ਬੋਰਡ ਨਾ ਮਿਲੇ ਜਿੱਥੇ ਲਿਖਿਆ ਮਿਲੇ ਸਾਨੂੰ ਕਿ ਵੀ ਅੰਮ੍ਰਿਤਸਰ ਨੂੰ ਇਹ ਰੋਡ ਜਾ ਰਹੀ ਹੈ, ਤੇ ਸਾਡੇ ਮਨ 'ਚ ਕੋਈ ਸ਼ੰਕਾ ਪੈਦਾ ਹੋਵੇ ਤੇ ਅਸੀਂ ਕਿਸੇ ਬੰਦੇ ਨੂੰ ਰਾਹ ਰੋਕ ਕੇ ਪੁੱਛੀਏ ਵੀ ਰਾਹ ਇਹ ਅੰਮ੍ਰਿਤਸਰ ਨੂੰ ਸੜਕ ਜਾਂਦੀ ਹੈ, ਉਹ ਕਹੇਗਾ ਭਾਈ ਮੂਰਖ ਹੈ ਤੂੰ, ਇਹ ਤੇ ਰੋਹਤਕ ਰੋਡ ਹੈ, ਤੂੰ ਇੱਥੇ ਕਿੱਧਰ ਆ ਗਿਆ, ਇਹ ਤਾਂ ਅੰਮ੍ਰਿਤਸਰ ਤੈਨੂੰ ਪਹੁੰਚਾਏਗੀ ਨਹੀਂ ਸੜਕ। ਤੋ ਗਲਤ ਰਾਹ ਤੇ ਤੁਰਨ ਵਾਲਾ ਬੰਦਾ ਜਿਹੜਾ ਹੈ ਉਹਨੂੰ ਦੁਨੀਆ ਫਿਰ ਮੂਰਖ ਕਹਿੰਦੀ ਹੈ, ਜਿਹੜਾ ਰਾਹ ਭੁੱਲ ਗਿਆ ਹੋਵੇ, ਜਿਸ ਰਾਹ ਜਾਣਾ ਉਸ ਰਾਹ ਨਾ ਜਾ ਕੇ ਕਿਸੇ ਹੋਰ ਰਾਹ ਪੈ ਜਾਵੇ। ਤੋ ਇਨਸਾਨ ਵੀ, ਇਨਸਾਨ ਦਾ ਮਨ, ਉਸ ਇਨਸਾਨ ਦਾ ਮਨ ਵੀ ਮੂਰਖ ਹੈ। ਉਹ ਇਨਸਾਨ ਮੂਰਖ ਹੈ ਜਿਹੜਾ ਆਪਣੇ ਜੀਵਨ ਦੇ ਅਸਲ ਮਨੋਰਥ ਵਾਲੇ ਰਾਹ ਨੂੰ ਫੜਨ ਦੀ ਬਜਾਏ ਕੋਈ ਹੋਰ ਰਾਹ ਪਕੜ ਲਵੇ। ਇਹ ਰਾਹ ਦਾ ਇੱਥੇ ਕੀ ਮਤਲਬ ਹੈ? ਇੱਥੇ ਜੋ ਹੈ ਇੱਕ ਸਿੰਬੋਲਿਕ ਤੌਰ ਦੇ ਉੱਤੇ ਅਸੀਂ ਇਹ ਲਫ਼ਜ਼ ਇਸਤੇਮਾਲ ਕਰ ਰਹੇ ਹਾਂ, ਰਾਹ ਫੜਨਾ। ਅਸਲ ਉਹਦਾ ਭਾਵ ਹੈ ਕਿ ਜ਼ਿੰਦਗੀ ਨੂੰ ਉਸ ਢੰਗ ਦੇ ਨਾਲ ਚਲਾਉਣਾ, ਉਸ ਢੰਗ ਦੇ ਨਾਲ ਜੀਵਨ ਬਤੀਤ ਕਰਨਾ ਜਿਹੜਾ ਢੰਗ ਜੀਵਨ ਮਨੋਰਥ ਦੀ ਪ੍ਰਾਪਤੀ ਦੇ ਵਿੱਚ ਸਹਾਈ ਹੋਵੇ, ਕਾਮਯਾਬੀ ਹਾਸਲ ਕਰਵਾਏ। ਜੀਵਨ ਦਾ ਮਨੋਰਥ ਜਿਵੇਂ ਕਿ ਗੁਰਬਾਣੀ ਦੇ ਚ ਅਨੇਕਾਂ ਥਾਵਾਂ ਤੇ ਮਨੋਰਥ ਹੈ ਪਰਮਾਤਮਾ ਦਾ ਰੂਪ ਹੋ ਜਾਣਾ, ਪਰਮਾਤਮਾ ਜਿਹਾ ਹੋ ਜਾਣਾ। ਜਪਦੀ ਬਾਣੀ ਦੇ ਅੰਦਰ ਇਸ ਨੂੰ ਸਚਿਆਰ ਲਫ਼ਜ਼ ਦੇ ਨਾਲ ਡਿਸਕ੍ਰਾਈਬ ਕੀਤਾ ਗਿਆ ਹੈ ਤੇ ਪਹਿਲੀ ਹੀ ਪੌੜੀ ਦੇ ਅੰਦਰ ਇਸ ਗੱਲ ਦਾ ਵਰਣਨ ਕਰ ਦਿੱਤਾ ਗੁਰੂ ਨਾਨਕ ਪਾਤਸ਼ਾਹ ਨੇ ਕਿ ਕਿਵ ਸਚਿਆਰਾ ਹੋਈ ਹੈ, ਕਿਵ ਕੂੜਾ ਟੁੱਟੈ ਪਾਲ। ਕਿ ਜਿਹੜੀ ਜੀਵ ਦੇ ਅੰਦਰ ਔਰ ਪਰਮਾਤਮਾ ਦੇ ਅੰਦਰ ਕੂੜ ਦੀ ਦੀਵਾਰ ਹੈ ਉਹ ਕਿਵੇਂ ਤੋੜੀ ਜਾਏ ਤੇ ਜੀਵ ਆਤਮਾ ਦਾ ਪਰਮਾਤਮਾ ਦੇ ਨਾਲ ਉਹਦੇ ਜਿਹਾ ਬਣ ਜਾਣਾ ਕਿਵੇਂ ਮੁਮਕਿਨ ਹੋ ਸਕਦਾ ਹੈ। ਇਹ ਸਮੱਸਿਆ ਉਸ ਪੌੜੀ ਦੇ ਅੰਦਰ ਜਿਹੜੀ ਹੈ, ਇਹ ਸਵਾਲ ਗੁਰੂ ਸਾਹਿਬ ਨੇ ਐਸਟੈਬਲਿਸ਼ ਕੀਤਾ। ਇਹੀ ਜੀਵਨ ਦਾ ਮਨੋਰਥ ਉਹਨਾਂ ਨੇ ਦਰਸਾਇਆ। ਸੋ ਇੱਥੇ ਵੀ ਕੰਸਿਸਟੈਂਸੀ ਤਾਂ ਗੁਰਬਾਣੀ ਦੇ ਅੰਦਰ ਹੈ ਹੀ। ਬਾਣੀ ਕੋਈ ਵੀ ਹੋਵੇ ਉਹ ਕਿਸੇ ਵੱਖੋ ਵੱਖਰੇ ਮਨੋਰਥ ਦੀ ਗੱਲ ਨਹੀਂ ਕਰੇਗੀ। ਤੋ ਇਸ ਬਾਣੀ ਦੇ ਅੰਦਰ ਵੀ ਇਹ ਚੀਜ਼ ਤਾਂ ਅੰਡਰਸਟੂਡ ਹੀ ਹੈ ਕਿ ਇੱਥੇ ਵੀ ਜੀਵਨ ਮਨੋਰਥ ਤਾਂ ਉਸੇ ਦੀ ਹੀ ਗੱਲ ਹੋਣੀ ਹੈ ਤੇ ਇਹਨੂੰ ਸਮਝਾਉਣ ਦਾ ਢੰਗ ਇੱਥੇ ਗੁਰੂ ਸਾਹਿਬ ਨੇ ਥੋੜਾ ਡਿਫਰੈਂਟ ਤਰੀਕੇ ਦਾ ਵਰਤ ਲਿਆ ਹੈ ਕਿ ਬਈ ਹੈ ਮੂਰਖ ਮਨ, ਤੂੰ ਕਿਉਂ ਭੁੱਲਿਆ ਹੋਇਆ ਹੈ, ਕਿਉਂ ਆਪਣੇ ਜੀਵਨ ਰਾਹ ਤੋਂ ਲਾਂਭੇ ਜਾ ਰਿਹਾ ਹੈ, ਜਿਹੜਾ ਅਸਲ ਜੀਵਨ ਦਾ ਮਨੋਰਥ ਪ੍ਰਾਪਤੀ ਦਾ ਰਸਤਾ ਹੈ ਉਹਦੇ ਤੋਂ ਤੂੰ ਕਿਉਂ ਭਟਕ ਗਿਆ ਹੈ। ਤੇ ਜਦ ਲੇਖਾ ਦੇਵੇਂ ਵੀਰਾ ਤਾਂ ਪੜਿਆ, ਜਦੋਂ ਤੈਨੂੰ ਲੇਖਾ ਦੇਣਾ ਪਏਗਾ ਤੇ ਉਹ ਲੇਖਾ ਦੇ ਕੇ ਅਗਰ ਜੇ ਤੂੰ ਸਫਲ ਹੋ ਜਾਏਗਾ, ਅਗਰ ਜੇ ਤੂੰ ਪਾਸ ਹੋ ਜਾਏਗਾ ਤਾਂ ਹੀ ਤੂੰ ਪੜਿਆ ਹੋਇਆ ਗਿਣਿਆ ਜਾਏਗਾ। ਉਹ ਇਹਦੇ ਵਿੱਚ ਨਾ ਕੁਝ ਚੀਜ਼ਾਂ ਸਾਨੂੰ ਅਸਿਊਮ ਕਰਨੀਆਂ ਪੈਣੀਆਂ ਨੇ ਕਿਉਂਕਿ ਇਹ ਪੱਟੀ ਬਾਣੀ ਦੀ ਰਾਹੋਂ ਦਾ ਬੰਦ ਹੈ। ਤਾਂ ਇਹਦੇ ਵਿੱਚ ਸਕੂਲ ਦਾ ਜੋ এনवायरमेंट ਹੈ ਨਾ ਉਹ ਅੰਡਰਸਟੂਡ ਹੈ ਕਿ ਵੀ ਇਹ ਗੱਲ ਜਿਹੜੀ ਕੀਤੀ ਜਾ ਰਹੀ ਹੈ ਇਹ ਸਕੂਲ ਦੇ ਮਾਹੌਲ ਦੇ ਅੰਦਰ ਰਹਿੰਦੇ ਹੋਇਆ ਉਸੇ এনवायरमेंट ਦੇ ਅੰਦਰ ਗੱਲ ਕੀਤੀ ਜਾ ਰਹੀ ਹੈ। ਉਸ ਕੰਟੈਕਸਟ ਵਿੱਚ ਹੀ ਸਾਨੂੰ ਇਹਦਾ ਜੋ ਹੈ ਅਰਥ ਭਾਵ ਸਮਝਣਾ ਹੈ। ਤਾਂ ਸਕੂਲਾਂ ਦੇ ਅੰਦਰ ਕੀ ਹੁੰਦਾ ਹੈ ਕਿ ਬੱਚਿਆਂ ਨੂੰ ਕੁਝ ਸਮਾਂ, ਜਿਵੇਂ ਸਾਡੇ ਅੱਜ ਕੱਲ੍ਹ ਦਾ ਸਿਸਟਮ ਹੈ, ਸਾਲ ਭਰ ਪੜ੍ਹਾਇਆ ਜਾਂਦਾ ਹੈ, ਗਾਏ ਬਗਾਏ ਵਿਚਕਾਰ ਪੀਰੀਓਡਿਕ ਟੈਸਟ ਵੀ ਲਏ ਜਾਂਦੇ ਹਨ, ਪਰ
ਇੱਕ ਕਲਾਸ ਤੋਂ ਦੂਜੀ ਕਲਾਸ ਦੇ ਵਿੱਚ ਬੱਚੇ ਦੀ ਤਰੱਕੀ ਤਾਂ ਕੀਤੀ ਜਾਂਦੀ ਹੈ ਜੇ ਉਹ ਸਾਲ ਦੇ ਅੰਤ ਦੇ ਉੱਤੇ ਫਾਈਨਲ ਇਮਤਿਹਾਨ ਜਿਹੜਾ ਹੁੰਦਾ ਹੈ ਉਹਦੇ ਵਿੱਚ ਉਹ ਪਾਸ ਹੋ ਜਾਵੇ ਤੇ ਫਿਰ ਉਹਨੂੰ ਇੱਕ ਕਲਾਸ ਤੋਂ ਦੂਜੀ ਕਲਾਸ ਵਿੱਚ ਅੱਗੇ ਚੜਾ ਦਿੱਤਾ ਜਾਂਦਾ ਹੈ। ਤਾਂ ਇੱਕ ਤਰੀਕੇ ਨਾਲ ਅਸੀਂ ਕਹਿ ਸਕਦੇ ਹਾਂ ਕਿ ਸਾਲ ਦੇ ਅੰਤ ਦੇ ਉੱਤੇ ਉਹਦਾ ਲੇਖਾ ਕੀਤਾ ਜਾਂਦਾ ਹੈ ਕਿ ਵੀ ਸਾਰਾ ਸਾਲ ਤੂੰ ਕੀ ਪੜ੍ਹਿਆ ਸੀ। ਜੇ ਪਾਸ ਹੋ ਜਾਏਗਾ ਤਾਂ ਫਿਰ ਤੂੰ ਦੂਜੀ ਕਲਾਸ ਵਿੱਚ ਜਾਣ ਦੇ ਲਾਇਕ ਮੰਨਿਆ ਜਾਏਗਾ, ਨਹੀਂ ਤੇ ਮੁੜ ਕੇ ਤੈਨੂੰ ਉਸੇ ਕਲਾਸ ਵਿੱਚ ਦੁਬਾਰਾ ਇੱਕ ਸਾਲ ਹੋਰ ਬੈਠਣਾ ਪਏਗਾ। तो इसे तरीके ਦਾ ਹੀ ਕੋਈ ਰੱਲਾ ਮਿਲਦਾ ਸਿਸਟਮ ਉਸ ਜ਼ਮਾਨੇ 'ਚ ਵੀ ਹੋਏਗਾ ਹੀ, ਜਿਹੜਾ ਉਸ ਵਕਤ ਦੇ ਸਮਾਜ ਦੇ ਅੰਦਰ ਪ੍ਰਚਲਿਤ ਹੋਏਗਾ ਔਰ ਲੋਕ उसदे ਨਾਲ ਵਾਕਿਫ ਹੋਣਗੇ ਵੀ। तो मतलब ਇਹ ਹੈ ਕਿ ਇੱਕ ਪੀਰੀਅਡ ਤੋਂ ਬਾਅਦ, ਇੱਕ ਸਮੇਂ ਤੋਂ ਬਾਅਦ ਸਟੂਡੈਂਟ ਦੀ ਪਰਖ ਕੀਤੀ ਜਾਂਦੀ ਹੈ ਤੇ ਉਹਨੂੰ ਤਾਂ ਹੀ ਪੜ੍ਹਿਆ ਹੋਇਆ ਮੰਨਿਆ ਜਾਂਦਾ ਹੈ ਜੇ ਉਹ ਇਮਤਿਹਾਨ ਤੋਂ ਪਾਸ ਹੋ ਜਾਵੇ। तो ये जो शब्दावली है, जब लेखा देवे वीरा ਉਹ ਪੜਿਆ ਵੀਰਾ ਤੋਂ ਭਾਵ ਹੈ हे ਵੀਰ हे ਭਰਾ, ਸੰਬੋਧਨ ਕਰਕੇ ਇੱਥੇ ਗੱਲ ਕਰ ਰਹੇ ਹਾਂ। ਜੇ ਪਹਿਲੀ ਲਾਈਨ ਦੇ ਵਿੱਚ ਮਨ ਨੂੰ ਸੰਬੋਧਨ ਕੀਤਾ ਹੈ ਤਾਂ ਇੱਥੇ ਫਿਰ ਆਪਣੇ ਆਪ ਨੂੰ ਜਾਂ ਸੁਣਨ ਵਾਲੇ ਨੂੰ ਵੀਰ ਕਹਿ ਕੇ, ਭਰਾ ਕਹਿ ਕੇ ਸੰਬੋਧਨ ਕੀਤਾ ਹੈ ਕਿ ਜਬ ਲੇਖਾ ਦੇਵੇਂ। ਲੇਖਾ ਦੇਣਾ ਕਿਸ ਤਰ੍ਹਾਂ ਹੁੰਦਾ ਹੈ ਕਿ ਵੀ ਜੋ ਕੋਈ ਡਿਊ ਹੈ, ਮੰਨ ਲਓ ਅਸੀਂ ਕਿਸੇ ਤੋਂ ਕੋਈ ਕਰਜ਼ਾ ਲਿਆ ਹੋਵੇ, ਜਦੋਂ ਅਸੀਂ ਉਹਦਾ ਕਰਜ਼ਾ ਪੂਰਾ ਚੁਕਾ ਦਈਏ ਤਾਂ ਅਸੀਂ ਕਹਿੰਦੇ ਹਾਂ ਕਿ ਹਾਂ ਵੀ ਲੇਖਾ ਹੁਣ ਨਿਬੜ ਗਿਆ ਹੈ, ਪ੍ਰਿੰਸੀਪਲ ਅਮਾउंट प्लस इंटरेस्ट अमाउंट दे के अकाउंट क्लियर हो गया है, नील हो गया अकाउंट, तो लेखा खत्म हो गया साडा, तो लेखा दिता गया, लेखा निबड़ गया। इस तरीके की शब्दावली वरती जाती है। तो इत्थे लेखा देवे तो भी भाव यही है कि भाई लेखा दे के सुरखरू तां ही होएगा तू, ते तां ही पढ़िया होया मन्निया जाएगा जे उस्ताद जिहड़ा तेरा जिन्हें लेखा लैना, जिन्हें तेनू टेस्ट करना है, वो तेनू पास करेगा, तेनू अप्रूव करेगा। ते जे तू सफलतापूर्वक लेखा देने च कामयाब होएगा तां पढ़िया मन्निया जाएगा। तो ये गल सानू समझ लेनी चाहिए है कि भी ये इस बाणी के अंदर दुनियावी ज्ञान ਅਤੇ ਆਤਮਿਕ ਅਵਸਥਾ ਦਾ ਜੋ ਹੈ ਕੰਪੈਰੀਜ਼ਨ ਔਰ ਕੰਟਰਾਸਟ ਸਾਡੇ ਸਾਹਮਣੇ ਜ਼ਰੂਰ ਆਏਗਾ, ਕਿਉਂਕਿ ਉਹ ਪੜ੍ਹਿਆ ਜੋ ਹੈ ਸਾਨੂੰ ਇੱਕ ਇਸ਼ਾਰਾ ਦੇ ਰਿਹਾ ਹੈ ਕਿ ਗੁਰੂ ਸਾਹਿਬ ਕੁਝ ਹੋਰ ਚੀਜ਼ ਪੜ੍ਹੇ ਲਿਖੇ ਨੂੰ ਪੜ੍ਹਿਆ ਨਹੀਂ ਮੰਨ ਰਹੇ। ਜੋ ਆਮ ਦੁਨਿਆਵੀ ਪੜ੍ਹਾਈ ਹੈ, ਨਿਰੀ ਉਸ ਪੜ੍ਹਾਈ ਦੀ ਸਫਲਤਾ ਹਾਸਲ ਕਰਨ ਵਾਲੇ ਨੂੰ ਗੁਰੂ ਸਾਹਿਬ ਪੜ੍ਹਿਆ ਤਸਲੀਮ ਨਹੀਂ ਕਰਦੇ। ਉਹ ਕਹਿੰਦੇ ਹਨ ਕਿ ਜੇ ਤੂੰ ਪਰਮਾਤਮਾ ਦੀ ਦਰਗਾਹ ਦੇ ਵਿੱਚ ਲੇਖਾ ਦੇ ਕੇ ਸੁਰਖਰੂ ਹੋ ਜਾਏ ਤਾਂ ਹੀ ਅਸਲ ਪੜ੍ਹਿਆ ਹੋਇਆ ਮੰਨਿਆ ਜਾਏਗਾ। ਇਹ ਗੱਲ ਜਿਹੜੀ ਹੈ ਬਾਕੀ ਬਾਣੀ ਦੇ ਵਿਚਾਰ ਵਿੱਚ ਹੋਰ ਸਪਸ਼ਟ ਹੋ ਕੇ ਸਾਡੇ ਸਾਹਮਣੇ ਆਏਗੀ ਕਿ ਦੁਨਿਆਵੀ ਗਿਆਨ ਅਤੇ ਆਤਮਿਕ ਗਿਆਨ, ਇਹਨਾਂ ਦੋਵਾਂ ਦੇ ਅੰਦਰ ਜੋ ਫਰਕ ਹੈ ਉਸ ਨੂੰ ਨਿਖੇੜ ਕੇ ਗੁਰੂ ਸਾਹਿਬ ਇਸ ਬਾਣੀ ਦੇ ਅੰਦਰ ਸਾਨੂੰ ਸਮਝਾਣਗੇ। तो ये रॉल ਦੇ ਅੰਦਰ ਜੋ ਹੈ ਇਸ ਗੱਲ ਨੂੰ ਇਸ਼ਾਰੇ ਮਾਤਰ ਉਹਨਾਂ ਨੇ ਇਹ ਕੰਟਰਾਸਟ ਜਿਹੜਾ ਹੈ ਨਾ ਅੰਡਰਲਾਈਨ ਉਹਦੇ ਅੰਦਰ ਇਹ ਇਸ਼ਾਰੇ ਮਾਤਰ ਇਹ ਗੱਲ ਆ ਗਈ ਹੈ ਕਿ ਜਦੋਂ ਤੂੰ ਸੁਰਖਰੂ ਹੋ ਜਾਏਗਾ ਤਾਂ ਹੀ ਪੜ੍ਹਿਆ ਮੰਨਿਆ ਜਾਏਗਾ, ਨਹੀਂ ਤਾਂ ਬਾਕੀ ਦਾ ਦੁਨਿਆਵੀ ਗਿਆਨ ਦਾ ਜੋ ਤੇਰਾ ਹੰਕਾਰ ਹੈ, ਤੂੰ ਸਮਝ ਰਿਹਾ ਕਿ ਮੈਂ ਦੁਨਿਆਵੀ ਗਿਆਨ ਹਾਸਲ ਕਰਕੇ ਕੋਈ ਬਹੁਤ ਵੱਡੀ ਅਵਸਥਾ ਹਾਸਲ ਕਰ ਲਈ ਹੈ, ਬਹੁਤ ਵੱਡਾ ਕੋਈ ਮਾਰਕ ਹਾਸਲ ਕਰ ਲਿਆ ਹੈ, ਇਹ ਤੇਰਾ ਭੁਲੇਖਾ ਹੈ। ਉਹ ਨਿਰੇ ਦੁਨਿਆਵੀ ਸਫਲਤਾਵਾਂ ਜਿਹੜੀਆਂ ਨੇ ਉਹ ਕਿਸੇ ਅਰਥ ਨਹੀਂ ਨੇ। ਇਸੇ ਕਰਕੇ ਲਫ਼ਜ਼ ਭੁੱਲੇ ਤੇ ਮੂੜ ਬਣਾ ਇਸਤੇਮਾਲ ਹੋਇਆ ਹੈ ਕਿ ਬੰਦਾ ਸਿਰਫ ਦੁਨਿਆਵੀ ਪ੍ਰਾਪਤੀਆਂ ਨੂੰ ਹੀ ਆਪਣੇ ਜੀਵਨ ਦਾ ਟੀਚਾ ਨਾ ਮੰਨ ਲਵੇ। ਪਰਮਾਤਮਾ ਦੀ ਦਰਗਾਹ ਤੇ ਜਿਹੜਾ ਲੇਖਾ ਹੁੰਦਾ ਹੈ, ਜਿਨ੍ਹਾਂ ਸਿਧਾਂਤਾਂ ਦੇ ਆਧਾਰ ਦੇ ਉੱਤੇ, ਜਿਨ੍ਹਾਂ ਅਸੂਲਾਂ ਦੇ ਆਧਾਰ ਦੇ ਉੱਤੇ ਲੇਖਾ ਹੁੰਦਾ ਹੈ, ਉਹ ਅਗਰ ਜੇ ਨਹੀਂ ਉਹਦੇ ਵਿੱਚੋਂ ਤੂੰ ਪਾਸ ਹੋਇਆ ਤਾਂ ਤੂੰ ਪੜ੍ਹਿਆ ਨਹੀਂ ਹੈ। ਸੋ ਸਿੰਪਲ ਜੋ ਅਰਥ, ਅਖਰੀ ਅਰਥ ਤਾਂ ਬੜੇ ਸੌਖੇ ਨੇ ਕਿ हे ਮੇਰੇ ਮਨ ਤੂੰ ਕਿਉਂ ਭੁੱਲਿਆ ਫਿਰਦਾ, ਕਿਉਂ ਭਟਕ ਰਿਹਾ ਹੈ ਇਹ ਮੂਰਖ ਮਨ, ਜਦੋਂ ਤੂੰ ਲੇਖਾ ਦੇਏਗਾ ਇਹ ਮੇਰੇ ਭਰਾ ਤਾਂ ਹੀ ਪੜ੍ਹਿਆ ਮੰਨਿਆ ਜਾਏਗਾ। ਪਰ ਇਹਦੇ ਅੰਦਰ ਜੋ ਭਾਵ ਅਰਥ ਹੈ ਇਹ ਹੈ ਕਿ ਲੇਖਾ ਦੇਣ ਤੋਂ ਭਾਵ ਹੈ ਜਦੋਂ ਪਰਮਾਤਮਾ ਦੀ ਦਰਗਾਹ ਦੇ ਵਿੱਚ ਜਿਨ੍ਹਾਂ ਸਿਧਾਂਤਾਂ ਦੇ ਆਧਾਰ ਦੇ ਉੱਤੇ ਤੇਰਾ ਲੇਖਾ ਲਿਖਿਆ ਜਾਣਾ ਹੈ, ਕੀਤਾ ਜਾਣਾ ਹੈ, ਉੱਥੇ ਤੂੰ ਅਗਰ ਜੇ ਸੁਰਖਰੂ ਹੋਏਗਾ ਤਾਂ ਹੀ ਅਸਲ ਅਰਥ ਵਿੱਚ ਤੂੰ ਪੜ੍ਹਿਆ ਹੈ, ਨਹੀਂ ਤਾਂ ਜਿੰਨਾ ਮਰਜ਼ੀ ਦੁਨਿਆਵੀ ਗਿਆਨ, ਦੁਨਿਆਵੀ ਪ੍ਰਾਪਤੀਆਂ ਕਰ ਲਵੇਂ, ਤੂੰ ਪੜ੍ਹਿਆ ਹੋਇਆ ਨਹੀਂ ਮੰਨਿਆ ਜਾਏਗਾ। ਹੁਣ ਪਹਿਲੇ ਪਦੇ ਤੋਂ ਵਿਚਾਰ ਆਰੰਭ ਕਰਦੇ ਹਾਂ। तो सस्से अखर का रेफरेंस जिवें 52 अखरी बाणी दे विच अलग-अलग अल्फाबैट्स नूं वरत के तो गल गुरमत दी गुरु साहब समझाते हैं। तो इत्थे भी सस्से अखर तो गल शुरू की है। तो गुरु साहब फरमा रहे हैं कि सोए श्रेष्ठ जिन साजी सबना साहिब एक भया सेवत रहे चित जिनका लागा आया तिनका सफल पया। सोए ओए तो भाव परमात्मा वास्ते है, ओए उसे नहीं, उसे परमात्मा ने
किसने परमात्मा ने, किस परमात्मा की गल कर रहे हैं? श्रेष्ठ जिन साजी, जिस परमात्मा ने सारी सृष्टि की साजना की, सारी सृष्टि ਨੂੰ बनाया, ये जगत की रचना जिस परमात्मा ने की, ਉਹਦੀ गल कर रहे हैं। सोए ओ प्रभु श्रेष्ठ जिन साजी, जिसने सारी सृष्टि की साजना की है। सबना साहिब एक पिया, सारियां दा साहिब, साहिब तो भाव है मालक, एक ओ एक परमात्मा भया होया बनया है। तो ये सब तो पहला सिद्धांत इस बाणी के अंदर गुरु साहब ने जो सिद्ध रखा साढ़े सामने कि इको एक परमात्मा है, जो मूल मंत्र के अंदर भी गुरु साहब ने गल समझाई सी कि परमात्मा एक है और केवल 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 वही एक है, ਉਹਦੇ ਜਿਹਾ कोई होर नहीं है, और वही सब जीवां ਨੂੰ पैदा करने वाला है, सारी सृष्टि ਨੂੰ चलाने वाला है, सब की पालना करने वाला है, सब ਨੂੰ मारन वाला है। वो इको एक वाहिद हस्ती है। तो सब का मालक वो एक है। वो मालक है तो मालक की अपनी चॉइस है ना कि वो जो भी किसी को चाहे बनाए, पाले या नाश कर दे। तो ये बल्कियत मालक का ये राइट है। मालक है ही वो, जिहदी ओहदी मर्जी है भी चीज़ ਨੂੰ संभाल के रखे, चीज़ ਨੂੰ तोड़ भन देवे, जिस तरह मर्जी करे, मालक की मालकीयत है। तो जीवां का, सृष्टि का, सब का मालक वो एक परमात्मा ही है। सो उस परमात्मा के वास्ते गुरु साहब कह रहे हैं कि जिस परमात्मा ने सृष्ट साजी है वो सब का मालक है। ते हुण अगली पंक्ति च कहते हैं कि सेवत रहे चित जिनका लागा, आया तिनका सफल पिया। हुण इस पंक्ति के अंदर जो जीवा जिन्हां दा वो मालक है, खास तौर ते जिहड़े मनुखी जून विच आए हैं, उन्हां दे जीवन दे मनोरथ का इशारा करके कहते हैं कि जिन्हां दा चित्त उस परमात्मा दे नाल जुड़ जाता है, ते जिहड़े हमेशा ही ਉਹਨੂੰ ਸੇਵਦੇ ਰਹੇ, ਭਾਵ ਉਹਨੂੰ ਚੇਤੇ ਰੱਖਦੇ ਰਹੇ, ਉਹਦੀ ਯਾਦ ਨੂੰ ਮਨ ਦੇ ਵਿੱਚ ਦ੍ਰਿੜ ਕਰਦੇ ਰਹੇ, ਉਸ ਨੂੰ ਹਮੇਸ਼ਾ ਹੀ ਸਿਮਰਦੇ ਰਹੇ। ਸੇਵਤ ਰਹੇ ਤੋਂ ਭਾਵ परमात्मा की सेवा की है? परमात्मा की सेवा है परमात्मा की याद ਨੂੰ ਹਿਰਦੇ 'ਚ ਵਸਾਉਣਾ, ਉਹਦੇ ਨਾਮ ਨੂੰ ਹਿਰਦੇ 'ਚ ਟਿਕਾਣਾ। और परमात्मा कोई स्थूल आकार वाला, कोई दो लत्तां वाला, दो बाਹਾਂ वाला, शरीर वाला कोई बंदा तो है नहीं है ਜਿਹੜਾ थक जाएगा तो ਉਹਦੀ ਮੁੱਠੀ ਚਾਪੀ ਕਰਾਂਗੇ, ਉਹਦੀਆਂ ਲੱਤਾਂ ਘੁੱਟਾਂਗੇ ਤੇ ਉਹਦੀ ਸੇਵਾ ਹੋਏਗੀ। ਇਹ ਸੇਵਾ ਨਹੀਂ ਹੈ। परमात्मा ਨੂੰ ਅਸੀਂ ਬੜੀ ਵਾਰੀ ਕਨਫਿਊਜ਼ ਕਰਕੇ ਨਾ ਉਹਨੂੰ ਮਨੁੱਖੀ ਜਿਹੜੀਆਂ ਕੁਆਲਿਟੀਜ਼ ਵਾਲਾ ਇਮੇਜਿਨ ਕਰਨ ਲੱਗ ਪੈਂਦੇ ਹਾਂ। ਕਈ ਵਾਰ ਲੋਕੀ ਸਵਾਲ ਪੁੱਛਦੇ ਹਨ ਜੀ, ਮੈਂ ਤੇ ਨਹੀਂ ਮੰਨਦਾ परमात्मा ਹੈ, ਕਿੱਥੇ ਰਹਿੰਦਾ, ਮੈਨੂੰ ਦਿਖਾਓ ਉਹਦਾ ਪਤਾ, ਮੈਂ ਜਾ ਕੇ ਉਹਨੂੰ ਮਿਲ ਕੇ ਆਵਾਂ। तो ਉਹਦੇ ਦਿਮਾਗ ਵਿੱਚ ਪਹਿਲਾਂ ਹੀ ਇਹ ਗੱਲ ਬੈਠੀ ਹੋਈ ਹੈ ਕਿ परमात्मा ਵੀ ਕੋਈ ਇੱਕ ਆਕਾਰ ਵਾਲਾ ਬੰਦਾ ਹੈ ਜਿਹੜਾ ਕਿਸੇ ਇੱਕ ਖਾਸ ਕੁਆਟਰ ਵਿੱਚ, ਕਿਸੇ ਖਾਸ ਘਰ ਦੇ ਵਿੱਚ ਰਹਿੰਦਾ ਹੋਏਗਾ, ਜਿੱਥੇ ਜਾ ਕੇ ਉਹਨੂੰ ਲੱਭਿਆ ਜਾ ਸਕਦਾ ਹੈ। ਕਿਉਂਕਿ ਉਹਦੀ ਸੋਚ ਮਨੁੱਖੀ ਲਿਮਿਟੇਸ਼ਨਸ, ਮਨੁੱਖੀ ਪ੍ਰੋਪਰਟੀਜ਼ ਤੋਂ ਉੱਤੇ ਉੱਠਦੀ ਨਹੀਂ। ਉਹ ਕਹਿੰਦਾ ਹੈ ਰੱਬ ਦੱਸੋ ਕਿੱਥੇ ਰਹਿੰਦਾ, ਮੈਂ ਉਹਨੂੰ ਮਿਲ ਕੇ ਆਵਾਂਗਾ। ਉਹ ਪਹਿਲਾਂ ਹੀ ਅਸਿਊਮ ਕਰ ਰਿਹਾ ਹੈ ਕਿ ਵੀ ਰੱਬ ਵੀ ਇੱਕ ਲਿਮਿਟਿਡ ਜਿਹੇ ਆਕਾਰ ਵਾਲਾ ਬੰਦਾ ਹੈ ਜਿਹੜਾ ਇੱਕ ਥਾਂ ਤੇ ਹੀ ਰਹਿੰਦਾ ਹੈ। ਪਰ ਗੁਰਮਤਿ ਜੋ ਸਿਧਾਂਤ ਦਿੰਦੀ ਹੈ, ਰੱਬ ਦੀ ਜੋ ਬੇਸਿਕ ਡੈਫੀਨੇਸ਼ਨ ਹੀ ਹੈ ਉਹ ਹੈ ਕਿ ਉਹ ਆਕਾਰ ਤੋਂ ਰਹਿਤ ਹੈ, ਸਰਵ ਵਿਆਪਕ ਹੈ, ਕਿਸੇ ਇੱਕ ਥਾਂ ਤੇ ਨਹੀਂ ਹੈ ਔਰ ਸਭ ਥਾਂ ਹੀ ਮੌਜੂਦ ਹੈ, ਹਰ ਕਣ-ਕਣ ਵਿੱਚ ਮੌਜੂਦ ਹੈ। ਤਾਂ ਉਹਨੂੰ ਲੱਭਣ ਜਾਣ ਵਾਸਤੇ ਕਿਸੇ ਉਹਦਾ ਪਤਾ ਪੁੱਛਣ ਦੀ ਲੋੜ ਕੀ ਹੈ? ਜਦੋਂ ਹਰ ਚੀਜ਼ ਵਿੱਚ ਹੈ ਤੇ ਫਿਰ ਪਤਾ ਕਿਹਦਾ ਪੁੱਛੀ? ਪਤਾ ਉਹਦਾ ਪੁੱਛੀਦਾ ਜਿਹੜਾ ਇੱਕ ਥਾਂ ਤੇ ਹੋਵੇ, ਬਾਕੀ ਥਾਵਾਂ ਤੇ ਨਾ ਹੋਵੇ। ਤੇ ਜਿਹੜਾ ਸਰਬੀ ਥਾਈਂ ਸਭ ਥਾਈਂ ਮੌਜੂਦ ਹੈ ਉਹਦਾ ਪਤਾ ਕੀ ਪੁੱਛਣਾ ਹੋਇਆ? ਤਾਂ ਆਪਣੇ ਆਪ ਵਿੱਚ ਕੁਐਸਚਨ ਹੀ ਬੜਾ ਇਰਰੈਲੇਵੈਂਟ ਔਰ मतलब है कि नामुमकिन ਜਿਹੜਾ ਹੈ क्वेश्चन है। सो सेवत रहे चित जिनका लागा, आया तिनका सफल पिया। तो ਇੱਥੇ ਗੱਲ ਹੋ ਰਹੀ ਹੈ परमात्मा ਦੀ सेवा ਦੀ। तो परमात्मा ਦੀ सेवा है परमात्मा ਦੇ ਨਾਮ ਦੇ ਨਾਲ ਸੁਰਤ ਜੋੜਨੀ, ਉਹਦੇ ਨਾਮ ਨੂੰ ਆਪਣੇ ਚੇਤੇ ਦੇ ਵਿੱਚ ਟਿਕਾਣਾ, ਉਹਨੂੰ ਯਾਦ ਰੱਖਣਾ, ਇਹ ਉਹਦੀ ਸੇਵਾ ਹੈ। ਇੱਕ ਬਾਣੀ 'ਚ ਹੋਰ ਵੀ ਪੰਕਤੀ ਆਉਂਦੀ ਹੈ कि हर की टहल या प्रभ की टहल, हर की टहल कमावनी जपिए प्रभ का नाम। कि प्रभु का नाम जपना जड़ा है वो प्रभु का नाम जपना ही है। जिवें एक दर्शन सिंह जी वालों में चैट च उन्होंने प्रमाण लिखा है, गुर की सेवा शब्द विचार। तो शब्द विचार भी उसे काम में सहाई होंदी है, परमात्मा की याद नूं साडे हिरदे विच टिकाण दे। सो परमात्मा के नाम नूं, परमात्मा की याद नूं हिरदे विच टिकाणा ही प्रभ की सेवा है। तो गुरु साहब कह रहे हैं सेवत रहे
ਚਿੱਤ ਜਿਨਕਾ ਲਾਗਾ, ਤੇ ਜਿਨ੍ਹਾਂ ਦਾ ਚਿੱਤ ਉਹਦੇ ਨਾਲ ਲੱਗ ਗਿਆ, ਜੁੜ ਗਿਆ ਹੈ ਪਰਮਾਤਮਾ ਦੇ ਨਾਲ, ਆਇਆ ਤਿਨਕਾ ਸਫਲ ਪਿਆ। ਉਹਨਾਂ ਦਾ ਇਸ ਦੁਨੀਆ ਦੇ ਵਿੱਚ ਆਇਆ ਹੋਇਆ ਮਨੁੱਖਾ ਜਨਮ ਧਾਰਨ ਕਰਨਾ ਸਫਲ ਹੋ ਗਿਆ। ਸਫਲ ਕੀ ਹੁੰਦਾ ਹੈ ਕਿ ਜੋ ਪਰਪਸ ਹੋਵੇ ਉਹ ਪ੍ਰਾਪਤ ਹੋ ਜਾਵੇ। ਸਫਲ, ਸਫਲ ਦਾ ਮਤਲਬ ਇਹ ਹੈ ਕਿ ਫਲ ਦੀ ਪ੍ਰਾਪਤੀ ਹੋਣ ਵਾਲੀ ਅਵਸਥਾ। तो फल की प्राप्ति, फल की है रिजल्ट है, रिजल्ट अगर जे साडा पास हो जाए तो ਅਸੀਂ ਕਹਾਂਗੇ ਲੋ ਜੀ ਅਸੀਂ ਸਫਲ ਹੋ ਗਏ, ਅਸੀਂ ਪਹਿਲੀ ਕਲਾਸ ਪਾਸ ਕਰ ਲਈ, ਦੂਜੀ ਚ ਚੜ ਗਏ, ਅਸੀਂ ਸਫਲ ਹੋ ਗਏ ਪਹਿਲੀ ਚ। ਤਾਂ ਹੀ ਸਫਲ ਹੋਏ ਨਾ ਅਗਰ ਜੇ ਸਾਡੇ ਉਸਤਾਦ ਨੇ ਸਾਨੂੰ ਪਾਸ ਕਰ ਦਿੱਤਾ ਹੈ, ਉਹਨੇ ਕਹਿ ਦਿੱਤਾ ਹੈ ਕਿ ਹਾਂ ਕਿ ਮੈਂ ਤੁਹਾਡੀ ਪਰਖ ਕਰ ਲਈ ਹੈ, ਤੁਹਾਡਾ ਲੇਖਾ ਨਿਬੜ ਗਿਆ, ਤੁਹਾਡੀ ਜੋ ਮੈਂ ਪਰਖ ਚਾਹੁੰਦਾ ਸੀ, ਤੁਹਾਡੇ ਅੰਦਰ ਜੋ ਕਾਬਲੀਅਤ ਉਹ ਤੁਹਾਡੇ ਅੰਦਰ ਆ ਗਈ ਹੈ, ਜੋ ਗਿਆਨ ਮੈਂ ਤੁਹਾਨੂੰ ਦੇਣਾ ਚਾਹੁੰਦਾ ਸੀ ਉਹ ਤੁਹਾਡੇ ਅੰਦਰ ਹੈ, परख करके मैं तुहानू पास कर दिता है। तो ये साडा पढ़िया साल स्कूल गया सफल हो जाता है। तो मनुखा जन्म में आया भी उन्हों का सफल हो जाता है। गुरु साहब कह रहे हैं कि जिन्हों का चित्त परमात्मा दे नाल जुड़ जाता है, जिन्हों के हिरदे के अंदर परमात्मा का नाम टिक जाता है, वो मनुखा जन्म आना, उन्हों का जगत में आना उन्हों का सफल हो जाता है। ये पहले पते के अंदर गल की है, जो कि इशारे मात्र राव के बंद के अंदर भी आई सी कि जेड़े नहीं सफल हो रहे, जेड़े नहीं इस एफर्ट विच जुड़े हुए, जिन्हों का चित्त नहीं परमात्मा नाल लगदा, वो भुले हुए हैं मन काहे भूले मूड मना। ते जदों तेरा लेखा होएगा ते तू तैनूं तां पता लगेगा कि तू पढ़िया है कि नहीं पढ़िया। जे ते लेखा देने सफल हो गया तो पढ़िया है, नहीं तो नहीं पढ़िया। तो आया तिनका सफल पिया किन्हां दा, जिन्हां दा चित्त परमात्मा दे नाल लग गया है। तो एक मन दी होर असीं अज विचार कर लेंदे हां। तो दूसरा पदा है ईवड़ी आद पुरख है दाता, आपे सच्चा सोई, इन्हां अखरां में जो गुरमुख बूझै, इस सिर लेख ना होई। पहले बंद दे अंदर गल होई सीगी लेख दी, राह दे अंदर लेखा जे लेखे की गल हुई सी। तो ਹੁਣ ਇੱਥੇ ਈਵੜੀ ਅੱਖਰ ਦਾ ਈੜੀ ਦਾ ਰੈਫਰੈਂਸ ਦੇ ਕੇ ਕਹਿੰਦੇ ਹਨ ਕਿ ਆਦ ਪੁਰਖ ਹੈ ਦਾਤਾ, ਆਪੇ ਸੱਚਾ ਸੋਈ। ਆਦ ਪੁਰਖ ਦਾ ਭਾਵ ਜੋ ਸਾਰੀ ਰਚਨਾ ਦਾ ਮੂਲ ਹੈ, ਆਦ ਹੈ। ਜਿਵੇਂ ਜਪਜੀ ਦੇ ਪਹਿਲੇ ਸ਼ਲੋਕ ਵਿੱਚ ਆਦ ਸੱਚ ਦੀ ਗੱਲ ਆਈ ਹੈ। ਜਦੋਂ ਅਜੇ ਸਮਾਂ ਵੀ ਆਰੰਭ ਨਹੀਂ ਹੋਇਆ ਸੀ, ਜਦੋਂ ਅਜੇ ਯੁੱਗ ਵੀ ਆਰੰਭ ਨਹੀਂ ਸੀ ਹੋਏ, ਉਸ ਤੋਂ ਪਹਿਲਾਂ ਜੋ ਆਦ ਹੈ ਉਦੋਂ ਕੇਵਲ ਤੇ ਕੇਵਲ ਰੋਲ ਉਹੀ ਪਰਮਾਤਮਾ ਸੀਗਾ। ਉਹ ਆਦ ਪੁਰਖ ਦੀ ਗੱਲ, यानी वो परमात्मा, उसकी गल हो रही है कि आद पुरख है दाता। वो जिहड़ा आद पुरख है, जिहड़ा सारी रचना का मूल है, वो दाता है। वो दाता देंदा है सब नूं। दात की हुंदी है? दात हुंदी है जिहड़ी गल, जिहड़ी चीज दाते कोलों लैण वाले नूं मिले विदाउट एनी कंसिडरेशन, विदाउट एनीथिंग इन एक्सचेंज। दुनिया दे विच अगर जे किसी भी रिटर्न की एक्सपैक्टेशन तो बिना असी कोई एक चीज़ किसी दूजे नूं देंगे तो वो दान कही जा सकती है। पर अगर जे असी कोई चीज़ दईए तो वो बदले में कुछ एक्सपैक्ट करिए तो कुछ ले लीए तो वो तो फिर बिजनेस हो गया, ट्रेड हो गया ना। एक चीज़ दी, एक चीज़ ले ली, कुछ रुपए दिते तो कुछ राशन पानी ले लिया, कुछ रुपए दिते तो कपड़ा ले लिया, इस तरह की दुनियावी वस्तुआं ले लिया। ਜਾਂ ਜਿਵੇਂ ਪੁਰਾਣੇ ਜ਼ਮਾਨੇ 'ਚ ਬਾਰਟਰ ਸਿਸਟਮ ਹੁੰਦਾ ਸੀਗਾ, ਕੁਝ ਇੱਕ ਬੰਦੇ ਨੇ ਕਪੜਾ ਦਿੱਤਾ ਤੇ ਅਨਾਜ ਲੈ ਲਿਆ, ਦੂਜੇ ਨੇ ਸਮਝੋ ਅਨਾਜ ਦੇ ਕੇ ਤੇ ਕਪੜਾ ਲੈ ਲਿਆ, तो ਉਹਦੀ ਵੀ ਜ਼ਰੂਰਤ ਪੂਰੀ ਹੋ ਗਈ, ਉਹਦੀ ਵੀ ਜ਼ਰੂਰਤ ਪੂਰੀ ਹੋ ਗਈ। तो ਬਾਰਟਰ ਸਿਸਟਮ ਹੈ, ਲੇਕਿਨ ਉਹ ਵੀ ਟ੍ਰੇਡ ਹੈ। ਪਰ ਦਾਤ ਉਹ ਹੈ ਜਿਹਦੇ ਬਦਲੇ ਦੇ ਵਿੱਚ ਕੁਝ ਦਿੱਤਾ ਨਹੀਂ ਜਾਂਦਾ। ਤੇ ਉਹ ਪਰਮਾਤਮਾ ਹੈ, ਉਹਨੂੰ ਕਿਸੇ ਚੀਜ਼ ਦੀ ਤਮਾ ਨਹੀਂ ਹੈ, ਕਿਸੇ ਚੀਜ਼ ਦੀ ਗਰਜ਼ ਨਹੀਂ ਹੈ, ਕਿਸੇ ਚੀਜ਼ ਦੀ ਜ਼ਰੂਰਤ नहीं है। ਉਹ सब जीवां नूं जो दिंदा है बिना किसी एक्सपैक्टेशन दे, बिना किसी चीज़ दी इन रिटर्न लैण दे दिंदा है। वो दाता है, वो दाता दिंदा है। वो आदि पुरख जो सारी रचना का मूल है, सब जीवां नूं दाता रिजक देण वाला है। आपे सच्चा सोई, सच्चे तो भाव हुंदा है सदा कायम रहण वाला। ते वो सदा सदा तो है, हुण भी है ते अग्गों भी रहेगा। वो आद सच जुगाद सच है भी सच, नानक उसी भी सच वाला सिद्धांत सच्चा है, वो सदा कायम रहने वाला है। तो
कोई डाउट वाली गल नहीं है कि भाई अजकल तो वो है तो शायद इस तो पहला कोई होर सी ते अगों कोई होर होएगा, नहीं। ये कोई गवर्नमेंट का कोई हैड नहीं है या प्रधानमंत्री नहीं है जिहड़ा कुछ समय वास्ते है तो फिर अगों बदल जाता है। ये सदा तो है, आद सच है ते होसी भी सच है ते विचकार तो है ही है। सो आपे सच्चा सोई वो सदा कायम रहने वाला है। अगली पंक्ति गुरु साहब कहते हैं कि इन्हां अखरां में जो गुरमुख बूझै तिस सिर लेख ना होई। अखरां की गल की गई। अखरां का भाव है, अखर एक माध्यम हैं ज्ञान प्राप्ति दे। तो गुरु साहब कह रहे हैं कि अखरां दे राही जो ज्ञान प्राप्त करते हैं इंसान, उन्होंने राही ਜਿਹੜਾ ਬੰਦਾ ਗੁਰੂ ਦੀ ਸ਼ਰਨ ਵਿੱਚ ਪੈ ਕੇ ਇਸ ਅਸਲੀਅਤ ਨੂੰ ਸਮਝ ਲੈਂਦਾ ਹੈ, ਬੂਝ ਲੈਂਦਾ ਹੈ, ਜਿਹਨੂੰ ਸੋਝੀ ਹੋ ਜਾਂਦੀ ਹੈ, ਗੁਰਮੁਖ ਗੁਰੂ ਦੀ ਸ਼ਰਨ ਵਿੱਚ ਪੈ ਕੇ, ਗੁਰੂ ਦੇ ਸਨਮੁਖ ਹੋ ਕੇ, ਗੁਰੂ ਦੇ ਦੱਸੇ ਹੋਏ ਢੰਗ ਦੇ ਨਾਲ ਜਿਹਨੂੰ ਇਹ ਬੂਝ ਮਿਲ ਜਾਂਦੀ ਹੈ, ਜਿਹਨੂੰ ਇਹ ਸੋਝੀ ਹੋ ਜਾਂਦੀ ਹੈ ਕਿ ਆਦਿ ਪੁਰਖ ਹੈ ਦਾਤਾ ਆਪੇ ਸੱਚਾ ਸੋਈ। ਜਿਹੜਾ ਇਨਸਾਨ ਨੂੰ ਇਹਨਾਂ ਅੱਖਰਾਂ ਦੇ ਰਾਹੀਂ ਗੁਰੂ ਪਾਸੋਂ ਇਹ ਗਿਆਨ ਪ੍ਰਾਪਤ ਹੋ ਜਾਂਦਾ ਹੈ ਕਿ ਉਹ ਆਦਿ ਪੁਰਖ ਦਾਤਾ ਹੈ, ਆਪੇ ਸੱਚਾ ਸੋਈ ਹੈ। ਜਿਹੜਾ ਇਸ ਗਿਆਨ ਦੀ ਗੱਲ ਨੂੰ ਗੁਰੂ ਦੀ ਸਿੱਖਿਆ ਦੁਆਰਾ ਸਮਝ ਲੈਂਦਾ ਹੈ, ਤਿਸ ਸਿਰ ਲੇਖ ਨਾ ਹੋਏ। ਉਹਦੇ ਸਿਰ ਦੇ ਉੱਤੇ ਫਿਰ ਕੋਈ ਕਰਜ਼ਾ ਨਹੀਂ ਬਚਦਾ, ਉਹਦਾ ਲੇਖਾ ਨਿਬੜ ਜਾਂਦਾ ਹੈ। ਜਿਹੜਾ ਰਾਹ ਦੇ ਵਿੱਚ ਗੱਲ ਕੀਤੀ ਸੀ ਨਾ ਕਿ ਜੇ ਲੇਖਾ ਦੇਵੇਂ ਤੋਂ ਪੜਿਆ, ਫਿਰ ਉਹ ਪੜਿਆ ਅਸਲ ਮਾਇਨੇ ਵਿੱਚ ਉਹ ਪੜਿਆ ਗਿਣਿਆ ਜਾਏਗਾ ਜਿਹੜਾ ਗੁਰੂ ਦੀ ਸ਼ਰਨ ਵਿੱਚ ਪੈ ਕੇ ਇਸ ਤਤ ਗਿਆਨ ਨੂੰ ਸਮਝ ਲਏਗਾ ਕਿ ਆਦਿ ਪੁਰਖ ਹੈ ਦਾਤਾ ਆਪੇ ਸੱਚਾ ਸੋਈ। ਤਾਂ ਤਿਸ ਸਿਰ ਫਿਰ ਲੇਖ ਨਾ ਹੋਈ, ਉਹਦੇ ਸਿਰ ਤੇ ਫਿਰ ਲੇਖ ਨਹੀਂ ਬਚੇਗਾ, ਕੋਈ ਡਿਊਜ਼ ਨਹੀਂ ਬਚਣਗੀਆਂ, ਕੋਈ ਡੈਬਿਟ ਅਮਾਉਂਟ ਨਹੀਂ ਰਹੇਗਾ, ਉਹਦਾ ਲੇਖਾ ਕਲੀਅਰ ਹੋ ਜਾਏਗਾ, ਉਹਦਾ ਹਿਸਾਬ ਪਾਸ ਹੋ ਜਾਏਗਾ। ਉਹ ਕਿਵੇਂ ਪਾਸ ਹੋਏਗਾ, ਲੇਖਾ ਕਿਵੇਂ ਨਿਬੜੇਗਾ? ਜੋ ਗੁਰਮੁਖ ਬੂਝੈ, ਜਿਹੜਾ ਗੁਰੂ ਦੀ ਸ਼ਰਨ ਪੈ ਕੇ ਗੁਰੂ ਦੇ ਸਨਮੁਖ ਹੋ ਕੇ ਇਸ ਗਿਆਨ ਨੂੰ ਗੁਰੂ ਦੇ ਅੱਖਰਾਂ ਦੇ ਰਾਹੀਂ ਜਿਹੜਾ ਇਸ ਸਿਧਾਂਤ ਨੂੰ ਸਮਝ ਲਏਗਾ ਔਰ ਆਪਣੇ ਹਿਰਦੇ 'ਚ ਟਿਕਾ ਲਏਗਾ, ਅਪਣਾ ਲਏਗਾ ਇਸ ਸਿਧਾਂਤ ਨੂੰ ਕਿ ਆਦਿ ਪੁਰਖ ਹੈ ਦਾਤਾ ਆਪੇ ਸੱਚਾ ਸੋਈ। ਇਹ ਜੋ ਗੁਰੂ ਦੀ ਬਖਸ਼ਿਸ਼ ਸਦਕਾ ਜੋ ਇਹ ਗਿਆਨ ਹੈ, ਜਿਹੜਾ ਇਨਸਾਨ ਗੁਰੂ ਦੀ ਸ਼ਰਨ ਪੈ ਕੇ ਇਹ ਗਿਆਨ ਆਪਣੇ ਮਨ ਵਿੱਚ ਵਸਾ ਲੈਂਦਾ ਹੈ, ਤਾਂ ਉਹਦੀ ਫਿਰ ਜੀਵਨ ਦੀ ਤੌਰ ਵੀ ਉਹਦੇ ਮੁਤਾਬਕ ਹੀ ਬਣ ਜਾਂਦੀ ਹੈ, ਉਹਦੀ ਜੀਵਨ ਜਾਂਚ ਵੀ ਉਸ ਤਰ੍ਹਾਂ ਗੁਰੂ ਦੀ ਸਿੱਖਿਆ ਦੇ ਅਨੁਕੂਲ ਹੋ ਜਾਂਦੀ ਹੈ ਤੇ ਫਿਰ ਉਹ ਆਪਣੇ ਮਕਸਦ ਨੂੰ ਪ੍ਰਾਪਤ ਕਰਨ ਵਿੱਚ ਸਫਲ ਹੁੰਦਾ ਹੈ ਤੇ ਉਹਦੇ ਸਿਰ ਤੇ ਫਿਰ ਕੋਈ ਕਰਜ਼ਾ, ਕੋਈ ਲੇਖਾ ਬਾਕੀ ਦਾ ਹੋਰ ਨਹੀਂ ਬਚਦਾ ਹੈ। तो ਅੱਜ ਦੀ ਵਿਚਾਰ ਇਤਨੀ ਹੀ ਪ੍ਰਵਾਨ ਕਰੋ ਜੀ। ਹੋਈਆਂ ਅਨੇਕ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਦੀ ਆਪ ਜੀ ਪਾਸੋਂ ਖਿਮਾ ਮੰਗਦੇ ਹਾਂ ਜੀ। ਅੱਜ ਦੀ ਵਿਚਾਰ ਨਾਲ ਸੰਬੰਧਿਤ ਜੇ ਕਿਸੇ ਦਾ ਕੋਈ ਸਵਾਲ ਜਾਂ ਕੋਈ ਕਮੈਂਟ ਹੋਵੇ ਤਾਂ ਆਪ ਜੀ ਆਪਣੇ ਵਿਚਾਰ ਸਾਂਝੇ ਕਰ ਸਕਦੇ ਹੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।